ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਹ ਕੁਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਆਪ ਸਾਰੇ ਬੜਿਆਂ ਭਾਗਾਂ ਵਾਲੇ ਹੋ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਗੁਰੂ ਕੇ ਬਾਗ ਸਾਹਿਬ ਜੀ ਵਿਖੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਔਰ ਮਾਤਾ ਗੁਜਰ ਕੌਰ ਜੀ ਤਥਾ ਪੰਜਾਂ ਪਿਆਰਿਆਂ ਚੋਂ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਤਥਾ ਬਾਕੀ ਸਾਰੇ ਹੀ ਸਿੰਘਾਂ ਦੀ ਇਹ ਸ਼ਹੀਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਅੰਮ੍ਰਿਤ ਰੂਪ ਪਾਵਨ ਬਾਣੀ ਦੇ ਜਾਪ ਹੋਏ ਹਨ, ਪਾਠਾਂ ਦੇ ਭੋਗ ਪਏ ਹਨ। ਗੁਰੂ ਕੇ ਕੀਰਤਨੀਆਂ ਨੇ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦਾ ਸ਼ਬਦ ਕੀਰਤਨ ਕੀਤਾ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ ਔਰ ਗੁਰੂ ਮਹਾਰਾਜ ਵੱਲੋਂ ਸ਼੍ਰੀ ਮੁਖ ਵਾਕ ਦੀ ਪ੍ਰਾਪਤੀ ਹੋਈ ਹੈ। ਕੋਈ ਨਿਤ ਕਰਮ ਹੈ, ਕੋਈ ਨਿਮਿਤ ਕਰਮ ਹੈ। ਕਿਸੇ ਨੂੰ ਸਕਾਮ ਕਰਮ ਕਹਿ ਦਿੰਦੇ ਹਾਂ, ਕੋਈ ਕਾਮ ਕਰਮ ਹੈ, ਕੋਈ ਨਿਸ਼ਕਾਮ ਕਰਮ ਹੈ, ਕੋਈ ਪ੍ਰਾਸ਼ਚਿਤ ਕਰਮ ਹੈ। ਇਹ ਗ੍ਰੰਥਾਂ ਦੇ ਵਿੱਚ ਮਹਾਂਪੁਰਖਾਂ ਨੇ, ਰਿਸ਼ੀਆਂ ਨੇ ਸਾਰੀ ਤਰ੍ਹਾਂ ਦੇ ਕਰਮਾਂ ਬਾਰੇ ਲਿਖਿਆ। ਕਿਰਿਆਮਾਨ ਕਰਮ ਹੈ, ਸੰਚਿਤ ਕਰਮ ਹੈ, ਪ੍ਰਾਰਬਧ ਕਰਮ ਹੈ। ਨਿਤ ਕਰਮ ਹੈ ਜਿਹੜਾ ਅਸੀਂ ਰੋਜ਼ ਇਸ਼ਨਾਨ ਪਾਣੀ ਕਰਦੇ ਹਾਂ ਜਾਂ ਰੂਟੀਨ ਵਿੱਚ ਕੋਈ ਨਿਤਨੇਮ ਵਗੈਰਾ ਹੈ ਸਵੇਰੇ ਸ਼ਾਮ, ਉਹ ਨਿਤ ਜਿਹੜੇ ਕੀਤੇ ਜਾਂਦੇ ਹਨ ਉਹ ਨਿਤ ਕਰਮ ਹੈ। ਇਸ ਤਰ੍ਹਾਂ ਨਿਮਿਤਿਆ ਆਪਣੇ ਦੇਵਤਿਆਂ ਦੇ, ਪਿਤਰਾਂ ਦੇ, ਗੁਰੂਆਂ ਦੇ, ਸ਼ਹੀਦਾਂ ਦੇ ਨਿਮਿਤ ਕਰਕੇ ਕੋਈ ਕਰਮ ਕੀਤਾ ਜਾਏ, ਉਹ ਨਿਮਿਤ ਹੈ ਜਿਹੜਾ ਪ੍ਰਥਾएं ਕਰਕੇ ਕਰਮ ਕੀਤਾ ਜਾਂਦਾ ਹੈ। ਔਰ ਇਸੇ ਤਰ੍ਹਾਂ ਫਿਰ ਸਕਾਮ ਕਰਮ ਹੈ, ਕੋਈ ਇੱਛਾ ਰੱਖ ਕੇ ਕਰਮ ਕੀਤਾ ਜਾਏ, ਕੋਈ ਭਾਵਨਾ ਰੱਖ ਕੇ। ਕਾਮ ਕਰਮ ਹੈ ਜਿਵੇਂ ਪੁੱਤਰ ਦੀ ਇੱਛਾ ਵਾਸਤੇ ਹੈ, ਇਹ ਵੀ ਕਰਮ ਹੈ। ਔਰ ਪ੍ਰਾਸ਼ਚਿਤ ਆ, ਕੋਈ ਪਾਪ ਹੋ ਜਾਏ ਉਹਦੀ ਨਿਵਰਤੀ ਵਾਸਤੇ, ਉਹਦੇ ਦੂਰ ਕਰਨ ਲਈ ਜਿਹੜਾ ਕਰਮ ਕੀਤਾ ਜਾਏ ਉਹ ਪ੍ਰਾਸ਼ਚਿਤ ਕਰਮ ਹੈ। ਨਿਸ਼ਕਾਮ ਕਰਮ ਹੈ ਜਿਹੜਾ ਮਨ ਦੀ ਸ਼ੁੱਧੀ ਵਾਸਤੇ, ਪਵਿੱਤਰਤਾ ਵਾਸਤੇ, ਕਾਮਨਾ ਤੋਂ ਰਹਿਤ ਹੋ ਕੇ ਕਰਮ ਕੀਤਾ ਜਾਏ। ਉਹਦੀ ਕੋਈ ਇੱਛਾ ਨਾ ਰੱਖੀ ਜਾਏ ਕਿ ਮੈਨੂੰ ਇਹਦੇ ਵਜਾਨੇ ਵਿੱਚ ਕੁਝ ਪ੍ਰਾਪਤ ਹੋਵੇ। ਅਤੇ ਕਿਰਿਆਮਾਨ ਹੈ ਜਿਹੜੇ ਅਸੀਂ ਕਰਮ ਕਰਦੇ ਹਾਂ, ਜਿਹੜੇ ਉਹ ਜਮ੍ਹਾਂ ਹੋ ਜਾਂਦੇ ਆ ਉਹ ਫਿਰ ਸੰਚਿਤ ਬਣ ਜਾਂਦੇ ਆ, ਉਹਨਾਂ ਤੋਂ ਪ੍ਰਾਰਬਧ ਹੋ ਜਾਂਦੀ ਹੈ, ਜਿਹਦੇ ਦੁਆਰਾ ਅਸੀਂ ਇਹ
ਸਰੀਰ ਧਾਰ ਕੇ ਆਏ ਹਾਂ। ਪ੍ਰਾਰਬਧ ਸਾਰਿਆਂ ਦੀ ਵੱਖਰੀ ਵੱਖਰੀ ਹੈ, ਇੱਕ ਨਹੀਂ ਹੈ। ਕਿਸੇ ਦੀ ਗਰੀਬੀ ਵਾਲੀ ਹੈ, ਕਿਸੇ ਦੀ ਬੜੀ ਅਮੀਰੀ ਵਾਲੀ ਹੈ। ਕਈਆਂ ਨੇ ਹੁਣ ਪਿੱਛੇ ਜਾਂ ਹੁਣ ਬੜਾ ਪੁੰਨਦਾਨ ਕੀਤਾ ਹੈ, ਉਹਦੇ ਕਰਕੇ ਉਹਨਾਂ ਨੂੰ ਫੇਰ ਚੰਗੇ ਘਰਾਂ 'ਚ ਜਨਮ ਮਿਲ ਜਾਂਦਾ, ਸੁੱਖ ਸੁਵਿਧਾ ਮਿਲ ਜਾਂਦੀ ਹੈ। ਕਈਆਂ ਦਾ ਕੋਈ ਪੁੰਨ ਕਰਮ ਘਟਿਆ, ਉਹਦੇ ਮੁਤਾਬਕ ਉਹਨਾਂ ਨੂੰ ਜਿਨ੍ਹਾਂ ਦੇ ਸਮਾਨ ਅੰਤਕਰਮ ਪੁੰਨ ਪਾਪ ਮਾਨਸ ਦੇ ਜ਼ਿਆਦਾ ਪੁੰਨ ਆ, ਕੋਈ ਦੇਵਤਿਆਂ ਆਦਿਕਿਆਂ ਦੀਆਂ ਜੋਨੀਆਂ ਮਿਲ ਜਾਂਦੀਆਂ। ਪਾਪ ਕਰਮ ਆ ਫਿਰ ਉਹ ਥੱਲੇ ਤੋਂ ਥੱਲੇ ਬਹੁਤ ਹੈਗੇ ਆ। ਕੋਈ ਆਂਡਿਆਂ ਦੀ ਸ੍ਰਿਸ਼ਟੀ ਹੈ, ਕੋਈ ਜ਼ਹਿਰ ਦੀ ਹੈ, ਕੋਈ ਪਸੀਨੇ ਵਗੈਰਾ ਤੋਂ ਹੈਗੀ ਹੈ, ਕੋਈ ਜਿਵੇਂ ਆ ਬਨਸਪਤੀ ਵਗੈਰਾ। ਔਰ ਇਹ ਸ੍ਰਿਸ਼ਟੀ ਵੀ ਹੈਗੀ ਹੈ। ਹੁਣ ਜਿਹੜਾ ਗਿਆਨਵਾਨ ਆ, ਪ੍ਰਾਰਬਧ ਉਹਦੀ ਵੀ ਵੱਖਰੀ ਵੱਖਰੀ ਹੈ। ਗਿਆਨ ਵਿੱਚ ਕੋਈ ਫਰਕ ਨਹੀਂ, ਕਿਉਂਕਿ ਕਈ ਹੁਣ ਮਹਾਤਮਾ ਉਹ ਕੋਈ ਪੁੰਨ ਵਾਲੇ ਕਰਮ ਘੱਟ ਕਰਦੇ, ਨਿਰੋਲ ਸਿਮਰਨ ਕਰਕੇ ਆਤਮਾ ਗਿਆਨ ਤਾਂ ਪ੍ਰਾਪਤ ਕਰ ਲਿਆ। ਕਈ ਨਾਲ ਨਾਲ ਫਿਰ ਪੁੰਨ ਵਗੈਰਾ ਜਗ ਕਰਦੇ ਆ, ਉਹਦੇ ਨਾਲ ਉਹਨਾਂ ਦੀ ਉਹ ਪ੍ਰਾਰਬਧ ਜਿਹੜੀ ਹੈ ਪੁੰਨਮਈ ਹੋਣ ਕਰਕੇ, ਜਿਵੇਂ ਰਾਜਾ ਜਨਕ ਵੀ ਸੀ ਅਤੇ ਫਕੀਰ ਵੀ ਸੀ। ਕਈ ਹੁਣ ਹੈਗੇ ਆ ਕਿ ਉਹ ਗਰੀਬ ਹੈਗੇ ਆ, ਪਰ ਗਿਆਨ ਵਿੱਚ ਕੋਈ ਭੇਦ ਨਹੀਂ ਹੁੰਦਾ, ਆਤਮਾ ਗਿਆਨ ਇੱਕੋ ਹੀ ਹੈ। ਅਤੇ ਬਾਕੀ ਜਿਹੜੀ ਕਰਮ ਉਪਾਸ਼ਨਾ ਇਹ ਵੀ ਵੱਖਰੀ ਵੱਖਰੀ ਹੈ, ਜੁਦੀ ਜੁਦੀ ਹੈ। ਜਿਹੜੇ ਗਿਆਨ ਅਵਸਥਾ ਉੱਥੇ ਜਾ ਕੇ ਫਿਰ ਸਮਤਾ ਹੋ ਜਾਂਦੀ ਹੈ, ਏਕਤਾ ਵਾਲੀ ਗੱਲ ਬਣ ਜਾਂਦੀ ਹੈ। ਆਤਮ ਗਿਆਨ ਨਿਰਾ ਕਿਤਾਬੀ ਗਿਆਨ ਦੀ ਨਹੀਂ। ਜਿਹੜਾ ਆਤਮਾ ਗਿਆਨ ਉੱਥੇ ਜਾ ਕੇ ਭੇਦ ਬੁੱਧੀ ਜਿਹੜੀ ਖਤਮ ਹੋ ਜਾਂਦੀ ਹੈ, ਉਹ ਭੇਦਤਾ ਜਿਹੜੀ ਉਹ ਪ੍ਰਾਪਤ ਹੋ ਜਾਂਦੀ ਹੈ। ਸੋ ਇਸ ਵਾਸਤੇ ਇੱਕ ਤਾਂ ਮਰੀਦ ਦਾ ਦਰਜਾ, ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਿਦਕ ਸਬਰ ਸ਼ਾਹੀਦ ਭਰਮ ਭਉ ਖੋਵਣਾ। ਮਰੀਦ ਉਹ ਆ ਜਿਹੜਾ ਮੁਰਦਾ ਭਾਵ ਆਪਣੀ ਹੋਂਦ ਨੂੰ ਖਤਮ ਕਰਤਾ, ਅਹੰਗ ਭਾਵ ਨੂੰ ਖਤਮ ਕਰ ਦਿੱਤਾ। ਹੈਗਾ ਜੀਂਦਾ, ਪਰ ਆਪਣੀ ਹਉਮੈ ਜਿਹੜੀ ਹੈ ਹੰਗਤਾ ਵਾਲਾ ਭਾਵ ਹੈ, ਉਹਨੂੰ ਹੁਣ ਖਤਮ ਕਰਤਾ। ਕਿਉਂਕਿ ਜਿਹੜਾ ਜੀਵਦਾ ਮੈਂ ਨੂੰ ਮਾਰ ਛੱਡੇ, ਉਹਨੂੰ ਕਾਲ ਨੇ ਆਣ ਕੇ ਮਾਰਨਾ ਕੀ। ਹੁਣ ਜਿਹੜਾ ਅਹੰਗ ਭਾਵ ਸੀ, ਹਉਮੈ ਵਾਲਾ ਭਾਵ ਸੀ, ਇਹ ਤਿਆਗ ਦਿੱਤਾ। ਉਹ ਮਰੀਦ ਬਣ ਜਾਂਦਾ। ਜਿਵੇਂ ਮੁਰਦਾ ਕਬਰ ਦੇ ਵਿੱਚ ਸਮਾਉਂਦਾ, ਮਰੀਦ ਜਿਹੜਾ ਉਹ ਗੁਰੂ ਦੇ ਉਪਦੇਸ਼ ਰੂਪੀ ਕਬਰ ਵਿੱਚ ਸਮਾਉਂਦਾ। ਕਿਉਂਕਿ ਜੋ ਗੁਰੂ ਨੇ ਕਿਹਾ ਉਹਨੂੰ ਉਹ ਸੱਤ ਕਰਕੇ ਮੰਨਦਾ, ਅਸੱਤ ਕਰਕੇ ਨਹੀਂ। ਅਤੇ ਜਿਹਦੇ 'ਚ ਹੋਵਾਂ ਉਹ ਫਿਰ ਮੋਰਿਓਂ ਕੋਈ ਨਾ ਕੋਈ ਸ਼ੰਕਾ ਕਰੇਗਾ, ਪ੍ਰਸ਼ਨ ਕਰੇਗਾ। ਅਤੇ ਜਿਹਦੇ ਅੰਦਰੋਂ ਫਿਰ ਹਉਮੈ ਮਰ ਜਾਂਦੀ ਹੈ, ਉਹ ਪ੍ਰਸ਼ਨ ਉੱਤਰ ਵਾਲੀ ਗੱਲ ਵੀ ਮੁੱਕ ਜਾਂਦੀ ਹੈ। ਪ੍ਰਸ਼ਨ ਤਾਂ ਹੀ ਆ ਜੇ ਕੋਈ ਸ਼ੰਕਾ, ਜਦੋਂ ਸ਼ੰਕਾ ਹੀ ਨਹੀਂ ਫਿਰ ਪ੍ਰਸ਼ਨ ਕਾਹਦਾ। ਜਦ ਪ੍ਰਸ਼ਨ ਹੀ ਨਹੀਂ ਫਿਰ ਉਹਦੇ ਉੱਤਰ ਦੀ ਵੀ ਇੱਛਾ ਹੈ ਨਹੀਂ। ਇਸ ਵਾਸਤੇ ਉਹ ਤਾਂ ਫਿਰ ਬਿਲਕੁਲ ਨਿਸ਼ਕਾਮ ਹੋ ਜਾਂਦਾ। ਉਹਦੀ ਆਗਿਆ ਦੇ ਵਿੱਚ ਹੀ ਅਭੇਦ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜਿਵੇਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਪੱਬਾ ਭੁੱਲਾ ਜੀ, ਪੱਬਾ ਭਾਈ ਜੀ, ਪੱਬਾ ਭੁੱਲਾ ਜੀ, 52 ਅੱਖਰੀ 'ਚੋਂ ਇੱਕ ਅੱਖਰ ਲਿਆ। ਮਹਾਰਾਜ ਗੱਲ ਠੀਕ ਹੋਈ, ਹਾਂ ਜੀ ਭਲਾ ਹੈ, ਮਹਾਰਾਜ ਨੇ ਭਲਾ ਕੀਤਾ। ਭਾਈ ਸਾਹਿਬ ਕਰ ਲਈਏ, 7 ਵਚਨ ਜੀ ਇਉਂ ਕਰ ਲਈਏ। ਗਲਤੀ ਤੂੰ ਕੀਤੀ ਭੁੱਲਾ ਜੀ, ਮੈਨੂੰ ਮਾਫ ਕਰ ਦਿਓ। ਇਹ ਨੁਕਤੇ ਹੈ।
क्योंकि एक अखर विच ही ज्ञान बड़ा मिल जाता। अखर कर कर वेद विचारे, अखर में त्रिभुवन प्रभ तारे। इन्हां अखरां 'ਚ ही तिन्ने लोक आ जाते हैं। और अखरां करके वेदां शास्त्रां ग्रंथां का विचार होंदा। अखरां ने सारा विहार चल रहा ना। अखरी नाम अखरी सालाह, अखरी ज्ञान की तूणगा, अखरी लिखण बोलन बाण, अखरा सिर संजोग बखान। जिन्ने लिखे तिसर नाहे, जे फरमाए तिव तिव पाए। जेता कीता तेता नाओ, बिन नावे नाही को थाओ। कुदरत कवन कहा विचार, वारिया न जावा एक वार। जो तुद पावे सही भलीकार, तू सदा सलामत निरंकार। अखर जड़ा है, अखर का दूआ अर्थ है अक्षर, जिहदा नाश नहीं होंदा। वो कौन है? वो है परमेश्वर। दृष्टमान अखर है जेता, नानक पार ब्रह्म निर्लिप। ये जिन्ने दृष्टमान अखर है ये नाश हो जाएंगे। जिहड़ा परमात्मा अक्षर वो नाश नहीं होंदा, क्योंकि जिहदा जन्मिया उहदा ही मरना, जिहदा जन्म ही है नहीं उहदा मरण की होना। ये दृष्टमान जिन्ना अखर है ये तो नासता विच है, तो वह पारब्रह्म परमेश्वर ते निर्लेप है, वो नाश नहीं होंदा। परम मेरा थिरथावरी होर आवे जाए। उन्होंने अविनाशी कह देंगे, अव्यगत भी कह देंगे, जिहड़ा नाश तो रहत। इस वास्ते जिहड़ा मरीद है जदों अपनी होंद मिटा दिंदा, फिर उहदे विच अभेद हो जाता। जिहड़ा मरीद है उही शहीद होंदा। शहीदां दीयां भी किस्मां हैगियां। एक तो है ना जिमें अपने राष्ट्र ते देश वास्ते बार्डरां ते खड़े, तो वो अपनी उपजीविका वास्ते भी है तो राष्ट्र की भी सेवा करते हैं। उन्होंने शहीद हो जान, कोई मैडल मुडल मिल जाते हैं, परिवार को कोई नौकरी मिल गई, जहाँ कोई माया मिल गई, उन्हों का भी लोग सत्कार करते हैं। एक शहीद है जिहड़े रण भूमि दे विच इच्छा कोई नहीं, धर्म नूं मुख रख के अपना आप कुर्बान करते हैं। तो जिमें बाबा दीप सिंह, बंदा बहादुर वगैरह है। एक इस तरह जिमें धन धन साहब श्री गुरु अर्जन देव जी महाराज जबर का मुकाबला सबर दे नाल करना। धन धन बाबा बीर सिंह जी नरंगाबाद वाले आप हथ चुकिया ही नहीं, तो दुश्मन ने भावें किस तरह के वार किए वो सारे ही बर्दाश्त किए। इस तरह है तो धन गुरु तेग बहादुर साहब जी महाराज जिमें उन्होंने शरण विच आ गए कि साढ़े ते जोर जुल्म हो रहा, साडा धर्म जिहड़ा वो खतरे च है, जबरदस्ती तब्दील करने वास्ते अत्याचार हो रहा। ये सारे आसरे लाया, कितों सहारा नहीं मिलिया, साड़ी बांह फड़ो। उन्होंने धर्म की रक्षा वास्ते शहीदी दी है। इस तरह ही है। फिर जिमें महाराज ने भी हुण जिहड़े दुष्ट लोग है ये सबर विच शहीदी देना भी समझते नहीं, फिर उन्होंने रण तत्ते विच बकायदा मुकाबला करके दुष्टां का नाश करना, तो अपना आप भी वार देना, कुर्बान कर देना। तो कई शहीद जिहड़े वो तमोगुण भी हैगे आ, जिहड़े आ सुखना सखना सुख लैंदे आ फिर दिंदे नहीं, उन्होंने फिर डंड देंदे। रजोगुणी है
ਜਿਹੜੇ ਭੇਟ ਪੁਜਾਰੀ ਵੀ ਲੈਂਦੇ ਆ, ਸਤੋਗੁਣੀ ਜਿਹੜੇ ਉਹ ਬਿਲਕੁਲ ਨਿਸ਼ਕਾਮ ਹੈ, ਕੋਈ ਇੱਛਾ ਹੀ ਹੈ ਨਹੀਂ। ਇਹਨਾਂ ਦੀਆਂ ਵੀ ਅਵਸਥਾ ਹੈਗੀਆਂ। ਹੁਣ ਜਿਵੇਂ ਆਮ ਸ਼ਹੀਦ ਹੁੰਦੇ ਆ, ਉਹ ਆਪਾਂ ਤਾਂ ਕੁਰਬਾਨ ਕਰ ਗਏ, ਉਹਨਾਂ ਦਾ ਵੀ ਬਲੀਦਾਨ ਹੈ, ਪਰ ਉਹਨਾਂ ਨੂੰ ਬ੍ਰਹਮ ਗਿਆਨ ਵਗੈਰਾ ਨਹੀਂ ਹੈ, ਅਤੇ ਸ਼ਹੀਦੀ ਦੇ ਨਾਲ ਉਹਨਾਂ ਨੂੰ ਉੱਤਮ ਲੋਕ ਪ੍ਰਾਪਤ ਹੋ ਸਕਦਾ। ਪਰ ਜਿਹੜੇ ਫਿਰ ਜੀਂਦੇ ਜੀਵਨ ਮੁਕਤ ਆ, ਜਿਵੇਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹੈ, ਜਾਂ ਬਾਬਾ ਦੀਪ ਸਿੰਘ, ਚਾਰੇ ਸਾਹਿਬਜ਼ਾਦੇ, ਪੰਜ ਪਿਆਰੇ ਆ, ਉਹ ਗਿਆਨਵਾਨ ਆ, ਉਹ ਪਰਮਾਤਮਾ ਦੇ ਵਿੱਚ ਹੀ ਅਭੇਦ ਹੋ ਜਾਂਦੇ ਆ, ਕਿਉਂਕਿ ਉਹ ਪਹਿਲਾਂ ਹੀ ਮੁਕਤ ਸਰੂਪ ਹੈ। ਇਸ ਵਾਸਤੇ ਉਹਨਾਂ ਵਿੱਚ ਕਲਾ ਸ਼ਕਤੀ ਵੀ ਸਾਰੀ ਤਰ੍ਹਾਂ ਹੁੰਦੀ ਹੈ। ਜਿਵੇਂ ਗੁਰੂ ਆ ਜਾਂ ਗੁਰੂ ਨਾਲ ਭੇਦ ਰੂਪ, ਉਹ ਆਪਣਾ ਬਲੀਦਾਨ ਕਿਉਂ ਦਿੰਦੇ ਆ? ਕਿਉਂਕਿ ਜਿਹੜੇ ਰਾਜੇ ਲੋਕ ਹੈ, ਇਹਨਾਂ ਦਾ ਵੀ ਅਕਸਰ ਪੁੰਨ ਕਰਮ 'ਤੇ ਹੁੰਦਾ ਹੀ ਆ, ਜਿਹਦੇ ਕਰਕੇ ਉਹਨਾਂ ਨੂੰ ਇਹ ਰਾਜਗੱਦੀ ਜਾਂ ਕੋਈ ਵਿਭੂਤੀ ਮਿਲਦੀ ਹੈ। ਉਹ ਜਿਹੜੇ ਉਹ ਸ਼ਕਤੀ ਦਾ ਫਿਰ ਉਹ ਦੁਰਉਪਯੋਗ ਕਰਨ ਲੱਗ ਪੈਂਦੇ ਆ। ਉਹਨਾਂ ਦਾ ਫਿਰ ਤਪ ਖੀਣ ਹੋਵੇਗਾ ਅਤੇ ਉਹ ਥੱਲੇ ਡਿੱਗਣਗੇ। ਉਹ ਫਿਰ ਜਿਹੜੇ ਕੋਈ ਮਹਾਂਪੁਰਖ ਕਮਾਈ ਵਾਲੇ ਆ, ਉਹ ਜ਼ੁਲਮ ਕਰਦੇ, ਉਹ ਸਹਿੰਦੇ ਆ। ਉਹਨਾਂ ਦੇ ਜ਼ੁਲਮ ਕਰਨਾ, ਉਹਨਾਂ ਦਾ ਜਿਹੜਾ ਪੁੰਨ ਆ ਉਹ ਨਾਸ ਹੋ ਜਾਂਦਾ, ਫਿਰ ਉਹ ਖਤਮ ਹੁੰਦੇ ਆ। ਕਿਉਂਕਿ ਪੁੰਨਿਅੰ ਖੀਣ ਤੇ ਮਾਰਤ ਲੋਕ ਆ। ਹੁਣ ਦੇਵਲੋਕ 'ਚ ਵੀ ਪੁੰਨ ਨਾ ਗਏ ਅਤੇ ਦਾਸ ਦੇ ਪਿਓ ਫੁੱਲਾਂ ਦੀ ਮਾਲਾ ਪਾਈ ਜਾਂਦੀ। ਹੁਣ ਦੇਵਲੋਕ ਵੀ ਭੋਗ ਜੂਨੀ, ਉੱਤਮ ਭੋਗ ਜੂਨੀ ਆ, ਕਈ ਨੀਚ ਭੋਗ ਜੂਨੀ ਆ। ਉਹ ਜਿਉਂ-ਜਿਉਂ ਪੁੰਨ ਖਤਮ ਹੁੰਦੇ ਆ, ਨਵਾਂ ਕਰ ਨਹੀਂ ਸਕਦੇ, ਅਤੇ ਉਹ ਫੁੱਲ ਸੁੱਕਣੇ ਸ਼ੁਰੂ ਹੋ ਜਾਂਦੇ। ਫਿਰ ਕਹਿੰਦੇ ਉਹਨਾਂ ਨੂੰ ਮਾਤ ਲੋਕ ਵਿੱਚ ਆਉਣਾ ਪੈਂਦਾ। ਜਿਵੇਂ ਮਹਾਰਾਜ ਵਸ਼ਿਸ਼ਠ ਜੀ ਬੈਠੇ ਸੀ ਦਸ਼ਰਥ ਦੇ ਦਰਬਾਰ ਵਿੱਚ, ਮਹਾਰਾਜ ਸ਼੍ਰੀ ਰਾਮ ਚੰਦਰ ਜੀ ਸੰਗਤ 'ਚ ਸਵਾਇਮਾਨ ਸੀ। ਇੱਕ ਕੀੜਾ 21 ਵਾਰੀ ਮਹਾਰਾਜ ਦਸ਼ਰਥ ਦੇ ਤਖ਼ਤ ਉੱਪਰ ਚੜ੍ਹ ਰਿਹਾ, ਡਿੱਗ ਪੈਂਦਾ, ਫੇਰ ਜਾਂਦਾ। ਮਹਾਰਾਜ ਹੱਸ ਪਏ। ਗੁਰੂ ਵਸ਼ਿਸ਼ਠ ਜੀ ਕਹਿਣ ਲੱਗੇ, ਇਹ ਰਾਮ ਜੀ ਤੁਸੀਂ ਕਿਉਂ ਹੱਸੇ? ਕਹਿੰਦੇ ਮਹਾਰਾਜ ਆਪ ਜਾਣਦੇ ਹੀ ਆ। ਕਹਿੰਦੇ ਹੈ ਤਾਂ ਬਚਨ ਠੀਕ, ਪਰ ਸੰਗਤ ਕਹੇਗੀ ਕਿ ਸਭਾ 'ਚ ਹੱਸਣਾ ਠੀਕ ਨਹੀਂ ਸੀ। ਇਹ ਅਸਭਤਾ ਵਾਲੀ ਗੱਲ ਹੈ। ਸਭਾ ਲੱਗੀ ਸੀ। ਕਹਿੰਦੇ ਮਹਾਰਾਜ ਵੀ ਇਹ ਜਿਹੜਾ ਕੀੜਾ, ਇਹ 21 ਵਾਰੀ ਸਵਰਗ ਦਾ ਇੰਦਰ ਬਣਿਆ, ਫੁਰਨਾ ਮਿਟਦਾ ਨਹੀਂ। ਹੁਣ ਮੇਰੇ ਪਿਤਾ ਦੇ ਤਖ਼ਤ 'ਤੇ ਚੜ੍ਹ ਰਿਹਾ। ਕਹਿੰਦੇ ਗੱਲ ਤੁਹਾਡੀ ਬਿਲਕੁਲ ਸਹੀ ਹੈ, ਪਰ ਜਿਹੜੇ ਬੈਠੇ ਇਹ ਨਹੀਂ ਯਕੀਨ ਨਹੀਂ ਕਰਨਾ। ਇਹਨਾਂ ਨੂੰ ਕੁਝ ਟਾਈਮ ਵਾਸਤੇ ਸਮਰੱਥਾ ਦਿਓ, ਦ੍ਰਿਸ਼ਟੀ ਖੋਲ੍ਹੋ। ਜਿਹੜੇ ਦ੍ਰਿਸ਼ਟੀ ਖੋਲ੍ਹੀ, ਉਹਨੂੰ ਦੇਖਿਆ ਵੀ ਵਾਕਿਆ ਇੰਦਰ ਰਿਹਾ ਹੈ। ਪੁੰਨ ਖੀਣ ਹੋ ਗਿਆ ਨਾ, 21 ਵਾਰੀ ਇੰਦਰ ਬਣਿਆ, ਉਹ ਪੁੰਨ ਖੀਣ ਹੋਣ ਤੋਂ ਕੀੜਾ ਬਣਿਆ, ਫਿਰ ਇਸ ਧਰਤੀ 'ਤੇ ਆ ਕੇ ਡਿੱਗਣਾ ਪੈਂਦਾ। ਸੋ ਇਸ ਕਰਕੇ ਜਦੋਂ ਹੁਣ ਕੋਈ ਜ਼ਾਲਮ ਜ਼ੁਲਮ ਕਰਦਾ ਆ, ਦੂਏ ਪਾਸੇ ਉਹ ਜ਼ੁਲਮ ਨੂੰ ਸਹਿੰਦਾ ਹੈ, ਅਤੇ ਉਹਨਾਂ ਮਹਾਂਪੁਰਖਾਂ ਦੇ ਉੱਤੇ, ਭਜਨ ਵਾਲਿਆਂ 'ਤੇ ਜ਼ੁਲਮ ਕਰਨੇ ਨੇ, ਉਹਦੇ ਪੁੰਨ ਨਾਸ ਹੋ ਜਾਂਦੇ। ਪੁੰਨ ਨਾਸ ਹੋਣ ਦੇ ਫਿਰ ਉਹ ਕਰਮ ਦਾ ਫਲ ਭੋਗਣਾ ਪੈਂਦਾ। ਅਤੇ ਜੇ ਉਹ ਦਇਆ ਦ੍ਰਿਸ਼ਟੀ ਪਰਉਪਕਾਰ ਕਰੇ, ਪ੍ਰਜਾ ਦੇ ਹਿੱਤਾਂ ਵਿੱਚ, ਸੰਗਤ ਦੇ ਹਿੱਤ 'ਚ ਵਰਤੇ, ਫਿਰ ਤਾਂ ਉਹਦੇ ਪੁੰਨ ਵਧੀ ਜਾਣਗੇ। ਫਿਰ ਉਹਦਾ ਰਾਜ ਜਿਹੜਾ ਉਹ ਬੜਾ ਨਿਸ਼ਕੰਟਕ ਬਣੇਗਾ। ਪਰ ਇਸ ਤਰ੍ਹਾਂ ਦੇ ਵੀ ਰਾਜੇ ਹੋਏ ਆ ਜਿਹੜੇ ਬੜੇ ਧਰਮੀ ਸੀਗੇ। ਕਈ ਹੈਗੇ ਆ ਜਿਹੜੇ ਉਹ ਸੱਤਾ ਮਿਲ ਜਾਂਦੀ ਹੈ, ਫਿਰ ਸ਼ਕਤੀ ਪ੍ਰੇਸਾਂ ਪੜ ਪੀੜਨ ਆਏ, ਸ਼ਕਤੀ ਮਿਲ ਜਾਂਦੀ, ਉਹ ਪਰਾਏ ਨੂੰ ਪੀੜਾ ਦੇਣੀ ਸ਼ੁਰੂ ਕਰ ਦਿੰਦੇ। ਵਿਦਿਆ ਆ ਜਾਏ ਫਿਰ ਵਿਵਾਦ ਕਰਨ ਲੱਗ ਜਾਂਦੇ, ਧਨ ਆ ਜਾਏ ਅਤੇ ਮਦ ਹੰਕਾਰ ਕਰਨ ਲੱਗ ਪੈਂਦੇ, ਸ਼ਕਤੀ ਮਿਲ ਜਾਏ ਉਹ ਗਰੀਬਾਂ ਨੂੰ ਪੀੜਨਾ ਸ਼ੁਰੂ ਕਰ ਦਿੰਦੇ ਹਨ। ਸੋ ਇਸ ਵਾਸਤੇ ਅੱਜ ਅਸੀਂ ਇਹ ਸਾਹਿਬਜ਼ਾਦਿਆਂ ਦੇ
ਯਾਦ ਵਿੱਚ ਜੋ ਸ਼ਹੀਦੀ ਜੋੜ ਮੇਲਾ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਸਰਹੰਦ ਵਿਖੇ ਹੋ ਰਿਹਾ, ਬੜਾ ਭਾਰੀ ਇਕੱਠ ਹੈ। ਕਿਉਂਕਿ ਸਿੱਖ ਜਗਤ 'ਚ ਮੇਲੇ ਹੈ, ਜਿਵੇਂ ਪਾਕਿਸਤਾਨ ਬਣਨ ਤੋਂ ਪਹਿਲਾਂ ਸ਼੍ਰੀ ਨਨਕਾਣਾ ਸਾਹਿਬ ਮਹਾਰਾਜ ਦਾ ਅਵਤਾਰ ਪੁਰਬ ਸੀ। ਜਿਹਨ ਦਰਸ਼ਨ ਕੀਤੇ ਦੱਸਦੇ ਪਿਓ ਮੇਲਾ ਬਹੁਤ ਭਰਦਾ ਸੀ। ਉਦੋਂ ਪੰਜਾਬ ਸਾਰਾ ਇਕੱਠਾ ਸੀ ਨਾ, ਹਿਮਾਚਲ ਹਰਿਆਣਾ ਸਭ ਇੱਕੋ ਹੀ ਸੀਗਾ। ਅਤੇ ਇਸ ਤਰ੍ਹਾਂ ਫਿਰ ਸੁਲਤਾਨਪੁਰ ਲੋਧੀ ਮਨਾਉਣ ਲੱਗੇ। ਪਿੱਛੇ 550 ਸਾਲੇ ਬੇਅੰਤ ਹੀ ਸੀ, ਪਰ ਐਤਕੀ ਵੀ ਪਿੱਛੇ ਠੀਕ ਹੀ ਸੀਗਾ। ਔਰ ਇਸੇ ਤਰ੍ਹਾਂ ਫਿਰ ਦੀਪਮਾਲਾ ਹੈ, ਇਹ ਭਾਰਤ ਵਿੱਚ ਵੀ ਤਿਉਹਾਰ ਮਨਾਇਆ ਜਾਂਦਾ। ਇਹ 6ਵੇਂ ਪਾਤਸ਼ਾਹ ਦੇ ਅਤੇ ਅੰਮ੍ਰਿਤਸਰ ਸਾਹਿਬ ਵੀ ਇਹ ਦੀਵਾਲੀ ਬੜੀ ਭਰਦੀ ਹੈ। 14 ਅਮਾਵਸ ਹੈ, 14 ਤਰਨਤਾਰਨ ਅਮਾਵਸ ਸ੍ਰੀ ਅੰਮ੍ਰਿਤਸਰ ਹੈ, ਕਰਤਾਰਪੁਰ ਦੁਆਬੇ ਵਾਲੇ ਪੁੰਨਿਆ ਗੋਇੰਦਵਾਲ ਹੈ, ਬਸੰਤ ਪੰਜਵੀਂ ਗੁਰੂ ਕੇ ਲਾਹੌਰ ਜਾਂ ਪਟਿਆਲੇ ਦੁੱਖ ਨਿਵਾਰਨ ਹੈ। ਇਸ ਤਰ੍ਹਾਂ ਦੁਸਹਿਰਾ ਚਮਕੌਰ ਸਾਹਿਬ ਜਾਂ ਹਜ਼ੂਰ ਸਾਹਿਬ, ਅਤੇ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ, ਇਹ ਵੀ ਬੜਾ ਵੱਡਾ ਇਕੱਠ ਹੁੰਦਾ। ਅਤੇ ਫਤਿਹਗੜ੍ਹ ਸਾਹਿਬ ਇਹਨੂੰ ਸਭਾ ਕਹਿੰਦੇ ਆ, ਇਹਦੇ 'ਤੇ ਬੜਾ ਇਕੱਠ ਔਰ ਸ਼ਰਧਾ ਇੰਨੀ ਆ ਜਿਹਦਾ ਕੋਈ ਹਿਸਾਬ ਨਹੀਂ। ਪਿੰਡ ਪਿੰਡ ਦੇ ਲੋਕਾਂ ਨੇ ਆਪੋ ਆਪਣੇ ਵੱਖਰੇ ਵੱਖਰੇ ਲੰਗਰ ਲਾਏ ਹੁੰਦੇ ਆ। ਇੰਨੇ ਲੰਗਰ ਨਹੀਂ ਕਿਤੇ ਵੀ ਹੋਣਗੇ ਜਿੰਨੇ ਲੰਗਰ ਉੱਥੇ ਲਾਉਂਦੇ ਆ। ਇੰਨੀ ਸ਼ਰਧਾ ਹੈ ਲੋਕਾਂ ਦੀ। ਅੱਜ ਉੱਥੇ ਬੜਾ ਭਾਰੀ ਜੋੜ ਮੇਲਾ, ਗੁਰਤਾਗਦੀ ਦਿਨ ਵੀ ਹੈ। ਇਸ ਤਰ੍ਹਾਂ ਹਜ਼ੂਰ ਸਾਹਿਬ ਗੁਰੂ ਗ੍ਰੰਥ ਸਾਹਿਬ ਗੁਰਤਾਗਦੀ ਮਹਾਰਾਜ ਜੋਤੀ ਜੋਤ ਸਮਾਉਣ। ਇਹ ਵੱਡੇ ਵੱਡੇ ਸਮਾਗਮ ਹੈਗੇ ਆ। ਹੋਰ ਵੀ ਗੁਰਪੁਰਬ ਬੇਅੰਤ ਹੈ, ਪਰ ਜਿੱਥੇ ਜ਼ਿਆਦਾ ਇਕੱਠ ਅਤੇ ਪਹਿਲੇ ਇੰਨੇ ਲੰਗਰਾਂ ਦੇ ਇੰਤਜ਼ਾਮ ਨਹੀਂ ਸੀ ਹੁੰਦੇ। ਅਤੇ ਸੰਤ ਹਰਖੁਆਲ ਵਾਲਿਆਂ ਨੇ, ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਸੰਗਤਾਂ ਦੇ ਸੁੱਖ ਸੁਵਿਧਾ ਵਾਸਤੇ ਲੰਗਰ ਜਿਹੜੇ ਸੀ ਸ਼ੁਰੂ ਕੀਤੇ। ਨਨਕਾਣਾ ਸਾਹਿਬ ਵੀ ਔਰ 14 'ਤੇ ਤਰਨਤਾਰਨ, ਸਵਾਇਨ ਟੂਟੀਆਂ ਅੰਮ੍ਰਿਤਸਰ ਸਾਹਿਬ। ਇਸ ਤਰ੍ਹਾਂ ਕਰਤਾਰਪੁਰ ਮੱਸਿਆ 'ਤੇ, ਹੋਲੇ 'ਤੇ ਹਜ਼ੂਰ ਸਾਹਿਬ, ਪਟਨਾ ਸਾਹਿਬ, ਅਵਤਾਰਪੁਰ, ਦੁਸਹਿਰੇ 'ਤੇ ਚਮਕੌਰ, ਹੋਲੇ 'ਤੇ ਅਨੰਦਪੁਰ। ਔਰ ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਹੁਣ ਤਾਂ ਬੇਅੰਤ ਹੈ। ਜਦੋਂ ਅਸੀਂ ਪਹਿਲਾਂ ਜਾਂਦੇ ਰਹੇ ਬਿਲਕੁਲ ਆਜ਼ਾਦ ਬੀਆਵਾਨ ਸੀ, ਤੰਬੂ ਲਾ ਕੇ ਸਾਰੇ ਕੰਮ ਹੁੰਦੇ ਸੀ। ਇਸ ਵਾਸਤੇ ਫਿਰ ਮਹਾਂਪੁਰਖਾਂ ਨੇ ਕਿਰਪਾ ਕੀਤੀ। ਹੁਣ ਤਾਂ ਫਿਰ ਆਮ ਸੰਗਤਾਂ ਵਿੱਚ ਕਾਫੀ ਜਾਗਰਤੀ ਆ ਗਈ ਹੈ। ਔਰ ਇਸੇ ਤਰ੍ਹਾਂ ਫਿਰ ਹੋਲੇ 'ਤੇ ਨਿਹੰਗਾਂ ਸਿੰਘਾਂ ਦੇ ਦਲ ਜਾਂਦੇ ਸੀ, ਅਤੇ ਠੇਕੇ ਦੇ ਜ਼ਮੀਨਾਂ ਲੈ ਕੇ ਪੱਠੇ ਬੀਜਣੇ, ਇਹ ਘੋੜਿਆਂ ਲਈ ਲੋਕਾਂ ਦਾ ਉਜਾੜਾ ਨਾ ਕਰਨ। ਮਹਾਂਪੁਰਖਾਂ ਨੇ ਇਹਨਾਂ ਨੂੰ ਵੰਡ ਕੇ ਦੇਣਾ, ਅਤੇ ਗਰੀਬ ਲੋਕ ਤੰਗ ਹੋਣਗੇ। ਮਹਾਂਪੁਰਖਾਂ ਦੀ ਸੋਚ ਹੁੰਦੀ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਅੱਜ ਇਹ ਫਤਿਹਗੜ੍ਹ ਸਾਹਿਬ, ਪਹਿਲਾਂ ਨਾਂ ਤਾਂ ਸਰਹਿੰਦ, ਇਹਦੇ 52 ਪਰਗਣੇ ਸੀ। ਹਿੰਦੁਸਤਾਨ ਦਾ ਸਰਹਿੰਦ ਸਭ ਨੂੰ ਵੱਡਾ ਸਰਤਾਜ ਸੂਬਾ ਸੀ। ਇਹ ਸਰਹੰਦ ਜਿਹੜਾ ਹਰ ਪੱਖ ਆਮਦਨ 'ਚ ਵੀ ਸਾਰੀ ਤਰ੍ਹਾਂ। ਅਤੇ ਹੁਣ ਉਹ ਸਾਹਿਬਜ਼ਾਦਿਆਂ ਦੇ ਨਾਂ 'ਤੇ ਜ਼ਿਲ੍ਹਾ ਬਣ ਗਿਆ, ਅਤੇ ਇਹਦਾ ਨਾਂ ਹੁਣ ਫਤਿਹਗੜ੍ਹ ਸਾਹਿਬ ਰੱਖ ਦਿੱਤਾ ਬਾਬਾ ਫਤਿਹ ਸਿੰਘ ਜੀ ਦੇ ਨਾਂ 'ਤੇ। ਪਹਿਲਾਂ ਤਾਂ ਸਰਹੰਦ ਆ ਨਾ। ਸੋ ਇਸ ਵਾਸਤੇ ਇਹ ਗੁਰਪੁਰਬ ਜਿਹੜਾ ਬੇਰ ਸਾਹਿਬ ਵੀ ਹੋਰ ਸਾਰੇ ਸਥਾਨਾਂ 'ਤੇ ਵਿਸ਼ਵ ਭਰ ਵਿੱਚ ਗੁਰਮੁਖ ਪਿਆਰੀਆਂ ਸੰਗਤਾਂ ਮਨਾਉਂਦੀਆਂ। ਅਤੇ ਇੱਥੇ ਵੀ ਗੁਰੂ ਕੇ ਬਾਗ ਜਦੋਂ ਦੇ ਸਮਾਗਮ ਸ਼ੁਰੂ ਹੋਏ ਆ, ਹਰ ਸਾਲ ਬਾਰੋ ਵਾਰੀ ਇਹ ਗੁਰਪੁਰਬ ਜਿਹੜੇ ਆ ਮਨਾਏ ਜਾਂਦੇ ਹਨ।
ਬਹੁਤ ਸਾਰੀਆਂ ਸੰਗਤਾਂ ਫਤਿਹਗੜ੍ਹ ਸਾਹਿਬ ਵੀ ਗਈਆਂ। ਦਾਸ ਵੀ ਪਹਿਲਾਂ ਮੱਥਾ ਟੇਕ ਗਏ ਸੀ ਅਤੇ ਲੰਗਰ ਦੀ ਸੇਵਾ ਸੀ, ਕਿਉਂ ਉੱਥੇ ਹਾਲੇ ਵੀ ਆਪਣੇ ਅਸਥਾਨਾਂ ਦੇ ਜਿਹੜੇ ਮਹਾਂਪੁਰਖ ਆ ਉਹ ਲੰਗਰ ਤਕਰੀਬਨ ਸਾਰੇ ਲਾਉਂਦੇ ਹੈਗੇ ਆ। ਇਹ ਹੁਣ ਜਿਹੜਾ ਇਤਿਹਾਸ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦਾ ਹੈ। 22 ਧਾਰ ਦੇ ਪਹਾੜੀ ਰਾਜੇ, ਉਹਨਾਂ ਨੇ ਵੀ ਜੰਗ ਯੁੱਧ ਕਰਕੇ ਦੇਖਿਆ, ਸਫਲਤਾ ਨਾ ਮਿਲੀ। ਕਈ ਵਾਰੀ ਸੁਲਾਹ ਕਰ ਲਈ, ਮਾਫੀ ਮੰਗ ਲਈ, ਫਿਰ ਕੁਟਲ ਨੀਤੀ ਨਾਲ ਉੱਧਰ ਤੁਰਦੇ ਰਹੇ। ਅਖੀਰ ਫਿਰ ਉਹਨੇ ਔਰੰਗਜ਼ੇਬ ਦਾ ਸਹਾਰਾ ਲਿਆ। ਉਹਨਾਂ ਆਪਣੇ ਸੂਬਿਆਂ ਨੂੰ ਕਤੋ ਖਿਤਾਬਤ ਕੀਤੀ। ਉਹਨਾਂ ਨੇ ਵੀ ਕਈ ਵਾਰੀ ਜ਼ੋਰ ਅਜਮਾਈ ਕੀਤੀ, ਉਹ ਵੀ ਸ਼ਿਕਸਤ ਖਾਂਦੇ ਰਹੇ। ਉਹ ਜੰਗਾਂ ਦਾ ਸੰਖੇਪ ਜਿਹੜਾ ਜ਼ਿਕਰ ਹੈ 10ਵੇਂ ਗ੍ਰੰਥ ਜੋ ਵਿਚਿੱਤਰ ਨਾਟਕ ਰਚਨਾ ਉਹਦੇ ਵਿੱਚ ਕੀਤਾ ਹੋਇਆ, ਕਿਹੜੇ ਕਿਹੜੇ ਜੰਗ ਹੋਏ। ਜਦੋਂ ਇਹ ਸਾਰੇ ਪਾਸੇ ਹਾਰਦੇ ਰਹੇ, ਸਰਹੰਦ ਦਾ ਸੂਬਾ ਵੀ, ਕਸੂਰ ਵਾਲਾ ਵੀ, ਲਾਹੌਰ ਵਾਲਾ ਵੀ, ਇਹ 22 ਧਾਰ ਦੇ ਪਹਾੜੀ ਰਾਜੇ ਵੀ, ਇਹਨਾਂ ਵਿੱਚ ਕੁਝ ਸ਼ਰਧਾਲੂ ਵੀ ਸੀ ਪਹਾੜੀ ਰਾਜਿਆਂ 'ਚ, ਬਸਾਲੀ ਵਾਲਾ, ਬਭੌਰ ਵਾਲਾ, ਸਕੇਤ ਮੰਡੀ ਵਾਲਾ ਅਤੇ ਨਾਹਣ ਵਾਲਾ ਵਿੱਚ ਸ਼ਰਧਾਵਾਨ ਵੀ ਹੈਗੇ ਸੀ। ਪਰ ਉਹ ਕਈ ਵਾਰੀ ਵੇ ਆਪਣੇ ਭਾਈਚਾਰੇ ਨਾਲ ਰਲ ਕੇ ਦੋਏ ਪੱਖ ਰੱਖਦੇ ਸੀ। ਇੱਧਰ ਜਦੋਂ ਫਿਰ ਇਹਨਾਂ ਦੀ ਪੇਸ਼ ਨਾ ਗਈ, ਇਹ ਔਰੰਗਜ਼ੇਬ ਜਦੋਂ ਦੇ 9ਵੇਂ ਪਾਤਸ਼ਾਹ ਸ਼ਹੀਦ ਹੋ ਗਿਆ ਸੀ, ਉਹ ਮਤੀ ਦਾਸ ਫਿਰ ਇਹਨੂੰ ਟਿਕਣ ਨਹੀਂ ਸੀ ਦਿੰਦੇ। ਇਹ ਫਿਰ ਨਾ ਦਿੱਲੀ ਛੱਡ ਗਿਆ ਸੀ, ਔਰੰਗਾਬਾਦ ਰਿਹਾ, ਉੱਧਰ ਹੀ ਮਰਿਆ ਇਹ। ਉੱਥੇ ਇਹਦੀ ਉਹ ਕੱਚੀ ਕਬਰ ਹੈਗੀ ਹੈ, ਕਿਸੇ ਤੋਂ 4 ਇੱਟਾਂ ਨਹੀਂ ਲੱਗੀਆਂ ਹਾਲ ਤੇ। 2-2 ਪੈਸੇ ਉਹ ਮਜੌਰ ਮੰਗਦੇ ਫਿਰਦੇ। ਇਹਨੇ ਫਿਰ ਸਾਰਿਆਂ ਸੂਬਿਆਂ ਨੂੰ ਚਿੱਠੀਆਂ ਲਿਖੀਆਂ। ਜੰਗ ਵਿੱਚ ਜਦੋਂ ਦੇਖਿਆ ਵੀ ਸਫਲਤਾ ਨਹੀਂ ਹੁੰਦੀ, ਫਿਰ ਹੀ ਨਹੀਂ ਕਿਹਾ ਵੀ ਹੁਣ ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਓ, ਕਿ ਆਹ ਰਾਸ਼ਨ ਪਾਣੀ ਬੰਦ ਕਰ ਦਿਓ। ਇਹ ਘੇਰਾ ਤਕਰੀਬਨ 8 ਮਹੀਨੇ ਰਿਹਾ। ਅਤੇ ਕਹਿੰਦੇ ਵੀ ਜਿਹੜੀ ਫਰੀਦਾ ਮੌਤੋਂ ਭੁੱਖ ਬੁਰੀ, ਭੁੱਖ ਮੌਤ ਨੂੰ ਵੀ ਬੁਰੀ ਹੈ ਨਾ, ਮਰ ਗਿਆ ਅਤੇ ਕੋਈ ਮਰ ਗਿਆ, ਭੁੱਖ ਰੋਜ਼ ਮਾਰਦੀ ਹੈ। ਕਈ ਤਾਂ ਫਿਰ ਉਹ ਬਦਾਵਾ ਦੇ ਕੇ ਚਲੇ ਗਏ। ਜਿਨ੍ਹਾਂ ਦੇ ਕਿਰਪਾ ਸੀ ਉਹ ਕਾਇਮ ਰਹੇ। ਫਿਰ ਵੀ ਇਹ ਜੰਗ ਵਿੱਚ ਇਹਨਾਂ ਨੂੰ ਸਫਲਤਾ ਨਾ ਮਿਲਦੀ ਦੇਖ ਕੇ ਇਹਨਾਂ ਨੇ ਕਿਹਾ ਵੀ ਜਿਹੜੇ ਧਰਮੀ ਮਹਾਂਪੁਰਖ ਹੁੰਦੇ ਆ ਨਾ, ਉਹ ਧਰਮ ਦੀ ਆਣ ਤੋੜਦੇ ਨਹੀਂ। ਉਹਨੇ ਆਟੇ ਦੀ ਗਊ ਸਾਲਗਰਮ ਰੱਖ ਕੇ ਇੱਧਰ ਕੁਰਾਨ ਸ਼ਰੀਫ ਦੀਆਂ ਮੁਹੰਮਦ ਦੀਆਂ ਕਸਮਾਂ ਖਾ ਕੇ ਔਰੰਗਜ਼ੇਬ ਨੇ ਕਿ ਗੁਰੂ ਨਾਨਕ ਸਾਹਿਬ ਗੱਦੀ ਆ, ਤੁਸੀਂ ਧਰਮੀ ਆ, ਧਰਮ ਦੀ ਆਣ ਹੈ, ਇੱਕ ਵਾਰੀ ਛੱਡ ਜਾਓ, ਆਨੰਦਪੁਰ ਸਾਡੀ ਰਹਿ ਜਾਏ, ਬੇਇੱਜ਼ਤੀ ਬਹੁਤ ਆ, ਫਿਰ ਭਾਵੇਂ ਆ ਜਾਓ। ਹੁਣ ਜਿਹੜਾ ਧਰਮੀ ਪੁਰਖ ਆ ਉਹ ਧਰਮ ਦੀ ਉਲੰਘਣਾ ਨਹੀਂ ਨਾ ਕਰ ਸਕਦਾ। ਅਤੇ ਸਾਰਿਆਂ ਨੇ ਕਿਹਾ ਮਹਾਰਾਜ ਹੁਣ ਇਹ ਧਰਮ ਦੀ ਕਹਿੰਦੇ ਕਪਟੀ ਆ। ਫਿਰ ਮਹਾਰਾਜ ਨੇ ਕੀ ਕੀਤਾ ਨਾ, ਬੈਲ ਗੱਡੀਆਂ ਤਿਆਰ ਕਰਾਈਆਂ, ਬੈਲਾਂ ਦੇ ਸਿਰਾਂ 'ਤੇ 2-2 ਮਸਾਲਾਂ ਜਗਾਤੀਆਂ। ਜਿੰਨਾ ਗੰਦ ਪਿੱਲ ਪਿਆ ਸੀ ਨਾ ਟੁੱਟ ਭੱਜ, ਉਹ ਬੈਲਾਂ ਦੀਆਂ ਗੂਣਾਂ 'ਤੇ ਘੋੜੇ ਖੱਚਰਾਂ 'ਤੇ ਲੱਦ ਕੇ ਨਾ ਸੋਹਣੇ ਸੋਹਣੇ ਝੁੱਲ ਪਾ ਦਿੱਤੇ, ਚਮਕਦੇ, ਵੀ ਸਾਡਾ ਵੀ ਖਜ਼ਾਨਾ ਜਾ ਰਿਹਾ। ਕਹਿੰਦੇ ਲੈ ਵੀ ਆਹ ਤਾਂ ਵਧੀਆ। ਉਹ ਹੁਣ ਕੱਲਾ ਕੱਲਾ ਬਾਂਹ ਫੜ ਕੇ ਲੁਕੋ ਕੇ ਵੀ ਕੱਢਾਂਗੇ, ਦੂਏ ਨੂੰ ਪਤਾ ਲੱਗੇ। ਜਿਲੇ ਦੇਖਿਆ ਟੁੱਟਿਓ ਛਿੱਤਰ, ਟੁੱਟੀਆਂ ਕਾਠੀਆਂ, ਲਿੱਦ ਲੁੱਦ, ਹੱਡ ਹੁੱਡ ਜਾਏ ਮਰਿਆਂ ਦੇ, ਬਹੁਤ ਸ਼ਰਮਿੰਦੇ ਹੋਏ। ਕਹਿੰਦੇ ਆ ਦੇਖ ਲਓ, ਤੁਸੀਂ ਕਹਿੰਦੇ ਸੀ ਇਹਨਾਂ ਦਾ ਵਿਸ਼ਵਾਸ ਨਹੀਂ। ਪਰ ਫਿਰ ਜਦੋਂ ਯਾਦ ਆਈ,
ਫਿਰ ਮਹਾਰਾਜ ਕਹਿੰਦੇ ਤੁਸੀਂ 40 ਕੁ ਦਿਨ ਸਬਰ ਕਰ ਲਓ। ਹੁਣ ਉਹ ਪਹਾੜੀਏ ਵੀ ਅੱਕ ਗਏ, ਖਰਚਾ ਸਾਰਾ ਉਹਨਾਂ 'ਤੇ ਪੈ ਰਿਹਾ ਸੀ ਸਰਕਾਰ ਦਾ, ਉਜਾੜਾ ਹੋ ਗਿਆ ਸਾਰੇ ਦੇਸ਼ ਦਾ। ਉਹ ਵੀ ਅੱਕੀਆਂ ਫੌਜਾਂ ਵੀ ਬੈਠੇ ਆ ਵੀ ਮਹਾਂਪੁਰਖਾਂ ਦੀ ਗੱਦੀ ਹੈ, ਕਿਹੜਾ ਕੋਈ ਰਾਜ ਦੇਸ਼ ਮੱਲਿਆ, ਇਹਨਾਂ ਨੂੰ ਜਿੱਤ ਕੇ ਕਿਹੜਾ ਵੀ ਕੋਈ ਰਾਜ ਮਿਲ ਜਾਣਾ। ਉਹ ਬਹਾਨੇ ਭਾਲਦੇ ਸੀ ਵੀ ਆਪਾਂ ਹੁਣ ਕਿਸ ਤਰ੍ਹਾਂ ਨਿਕਲੀਏ, ਰਹਿ ਜਾ। ਤਾਂ ਹੀ ਬਿਉਂਤਬੰਦੀ ਕੀਤੀ ਸੀ ਕਿਸੇ ਢੰਗ ਨਾਲ। ਉਹ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਇਹ ਹੁਣ ਭੱਜ ਜਾਣੇ, ਥੋੜ੍ਹੇ ਦਿਨਾਂ ਨੂੰ ਸਬਰ ਕਰ ਲਓ। 40 ਦਿਨ ਪਰ ਉਹ ਅਚਾਟ ਹੋ ਗਿਆ ਸਾਰੇ। 8 ਦਿਨ ਮਹਾਰਾਜ ਕਹਿੰਦੇ 8 ਪਹਿਰੇ ਹੀ। ਪਰ ਉਸ ਵੇਲੇ ਜਿਹੜੇ ਫਿਰ ਉਹ ਬੰਦੇ ਦਾ ਮਨ ਹੋ ਜਾਏ ਨਾ, ਫਿਰ ਮਹਾਰਾਜ ਕਹਿੰਦੇ ਦੇਖ ਲਓ ਹੁਣ ਤਾਂ ਬੈਠੇ ਨਾ ਕਿਲਿਆਂ ਵਿੱਚ, ਬਾਹਰ ਨਿਕਲੇ ਤਾਂ ਨੁਕਸਾਨ ਬਹੁਤ ਹੋਣਾ। ਪਰ ਉਹ ਫਿਰ ਜਦੋਂ ਹੋਇਆ ਤਾਂ ਉਹਨੇ ਉਹੀ ਕੁਛ ਕੀਤਾ, ਸਾਰੀਆਂ ਕਸਮਾਂ ਕੁਸਮਾਂ ਛਿੱਕੇ ਟਾਂਗ ਕੇ ਹਮਲਾ ਕਰਤਾ। ਫਿਰ ਜੰਗ ਚੱਲਦਾ ਰਿਹਾ। ਨਮੋਗੜ੍ਹ ਦੀ ਠੇਰੀ, ਪਰਿਵਾਰ ਵਿਛੋੜਾ, ਪਰਿਵਾਰ ਵਿਛੜਿਆ। ਅਤੇ ਇੱਥੋਂ ਮਹਾਰਾਜ ਭੱਠਾ ਸਾਹਿਬ, ਚਮਕੌਰ ਸਾਹਿਬ, 40 ਸਿੰਘ ਇੱਥੇ ਫੇਰ ਘੇਰਾ ਪਿਆ। ਉਹਦੇ 'ਚ ਵੀ ਮਹਾਰਾਜ ਭਾਈ ਦਇਆਲ ਸਿੰਘ, ਧਰਮ ਸਿੰਘ, ਮਾਨ ਸਿੰਘ ਤਾੜੀ ਮਾਰ ਕੇ ਨਿਕਲ ਗਏ। ਅਤੇ ਮਾਛੀਵਾੜੇ ਉੱਚਦੇ ਪੀਰ, ਇਹ ਸਾਰੀ ਸਾਖੀ। ਇੱਧਰ ਫਿਰ ਜਿਹੜੇ ਵੱਡੇ ਸਾਹਿਬਜ਼ਾਦੇ ਸੀ ਅਤੇ 5 ਪਰਿੰਦ 3 ਪਿਆਰੇ ਉਹ ਸ਼ਹੀਦ ਹੋ ਗਏ, ਬਾਕੀ ਸਿੰਘ ਵੀ। ਇੱਧਰ ਜਿਹੜਾ ਗੰਗੂ ਸੀ, ਇਹ ਮਾਤਾ ਜੀ ਨੂੰ ਅਤੇ ਸਾਹਿਬਜ਼ਾਦਿਆਂ ਨੂੰ ਲੈ ਕੇ, ਇਹਦਾ ਪਿੰਡ ਮਰਿੰਡੇ ਦੇ ਨਾਲ ਹੀ ਹੈ, ਖੇੜੀ ਵੀ ਕਹਿੰਦੇ ਆ, ਸਹੇੜੀ ਵੀ ਕਹਿੰਦੇ ਆ, ਉੱਥੇ ਲੈ ਗਿਆ। ਉਹ ਮਾਤਾ ਜੀ ਦੇ ਕੋਲ ਸਮਾਨ ਲੱਦਿਆ ਸੀ ਨਾ, ਖੱਚਰ ਸੀ ਅਤੇ ਮੋਹਰਾਂ ਸੀ। ਇਹਦਾ ਮਨ ਫਿਰ ਬੇਈਮਾਨ ਹੋ ਗਿਆ। ਉਹ ਮਾਇਆ ਵੱਡਿਆਂ ਵੱਡਿਆਂ ਨੂੰ ਭਰਮਾ ਲੈਂਦੀ ਹੈ। ਜੜ ਚੇਤਨ ਰੂਪ 2 ਤਰ੍ਹਾਂ ਦੀ ਹੁੰਦੀ ਹੈ। ਅਤੇ ਫਿਰ ਸੱਚਾ ਹੋਣ ਵਾਸਤੇ ਜਿਹੜੇ ਮਾਤਾ ਜੀ ਨੇ ਦੇਖਿਆ, ਮਾਤਾ ਜੀ ਇਸ ਪਿੰਡ 'ਚ ਚੋਰ ਬੜੇ ਰਹਿੰਦੇ ਆ, ਕੋਈ ਮਾਇਆ ਲੈ ਗਿਆ। ਮਾਤਾ ਜੀ ਕਹਿੰਦੇ ਅਸੀਂ ਤਾਂ ਸਾਰੀ ਰਾਤ ਦੇ ਜਾਗਦੇ ਹਾਂ, ਇੰਨੀ ਠੰਡ ਸੀ, ਮਾਸੂਮ ਨਾਲ ਪੋਤੇ ਆ ਮਾਤਾ ਦੇ, ਕਿੱਥੋਂ ਤੁਰੇ ਆ ਥੱਕੇ ਟੁੱਟੇ, ਅਤੇ ਮੈਂ ਤਾਂ ਜਾਗਦੀ ਰਹੀ ਹਾਂ, ਅਤੇ ਚੋਰ ਤਾਂ ਕੋਈ ਦੇਖਿਆ ਨਹੀਂ। ਹਾਂਜੀ, ਵੀ ਜੇ ਤੈਨੂੰ ਲਾਲਚ ਆ ਤੂੰ ਲੈ ਲਾ, ਕੋਈ ਗੱਲ ਨਹੀਂ। ਪਰ ਇਹਦਾ ਮਨ ਐਸਾ ਦੁਸ਼ਟ ਬਣਿਆ, ਇਹ ਫਿਰ ਉੱਥੇ ਸ਼ਾਸਲ ਵੇਗ, ਬਾਸ਼ਲ ਵੇਗ, ਜਾਨੀ ਮਾਨੀ ਹਾਂ ਜਿਹੜੇ ਮਰੁੰਡੇ ਦੇ ਥਾਣੇਦਾਰ ਚੌਧਰੀ ਸੀ, ਉਹਨਾਂ ਨੂੰ ਸ਼ਿਕਾਇਤ ਕਰਕੇ ਵੀ ਹੋਰ ਇਨਾਮ ਲਵਾਂਗਾ, ਤੁਸੀਂ ਵੀ ਲਾਓ, ਮੈਨੂੰ ਵੀ ਦਿਓ, ਅਤੇ ਗ੍ਰਿਫਤਾਰ ਕਰਾਤਾ। ਫਿਰ ਸਰਹੰਦ ਲੈ ਗਏ। ਉੱਥੇ ਫਿਰ ਠੰਡੇ ਬੁਰਜ ਵਿੱਚ ਨਜ਼ਰਬੰਦ ਰੱਖਿਆ। ਇੱਕ ਤਾਂ ਹੁਣ ਠੰਡ ਵੈਸੇ ਹੀ ਪੈਂਦੀ ਹੈ, ਇੱਕ ਬੁਰਜ ਠੰਡਾ, ਠੱਕੇ ਦੀ ਹਵਾ ਪੈਂਦੀ। ਮੋਤੀ ਮਹਿਰਾ ਸੀ, ਉਹ ਹਿੰਦੂ ਰਸੋਈਆ ਸੀ ਜੇਲ੍ਹ ਦਾ। ਉਹ ਫਿਰ ਆਪਣੇ ਅਸਰ ਰਸੂਖ ਨਾਲ ਵੇਲੇ ਕੁਵੇਲੇ ਦੁੱਧ ਪਾਣੀ ਦੀ ਸੇਵਾ ਕਰਦਾ ਰਿਹਾ। ਇੱਧਰ ਫਿਰ ਕਚਹਿਰੀ 'ਚ ਬੁਲਾਇਆ। ਉਹ ਜਾ ਕੇ ਫਤਿਹ ਬੁਲਾਉਂਦੇ ਸੀ। ਉਹ ਸੁੱਚਾ ਆਨੰਦ ਜੀ ਨੂੰ ਸਿੰਘ ਗੁੱਸੇ ਨਾਲ ਝੂਠਾ ਆਨੰਦ ਕਹਿੰਦੇ। ਅਖੇ ਸੂਬੇ ਦੀ ਕਚਹਿਰੀ ਆਨੰਦਪੁਰ ਨਹੀਂ ਹੈ, ਇੱਥੇ ਸਲਾਮ ਬੁਲਾਓ। ਉਹ ਕਹਿੰਦੇ ਕਿਤੇ ਵੀ ਹੋਈਏ, ਜੋ ਸਾਨੂੰ ਗੁਰੂ ਦਾ ਹੁਕਮ ਉਹ ਕਰਾਂਗੇ। ਫਿਰ ਉਹ ਸਾਹਿਬਜ਼ਾਦਿਆਂ ਨੂੰ, ਦੇਖੋ ਤੁਹਾਡੇ ਪਿਤਾ ਜੀ ਇੰਨੇ ਸ਼ਹੀਦ ਹੋ ਗਏ, ਤੁਹਾਡਾ ਹੁਣ ਕੌਣ ਆ ਵੀ ਤੁਸੀਂ ਮੁਸਲਮਾਨ ਬਣ ਜਾਓ, ਤੁਹਾਡੇ ਵਿਆਹ ਚੰਗੀ ਕਰਾਂ, ਤੁਹਾਨੂੰ ਚੰਗੇ ਅਹੁਦੇ ਦੇ ਦਿਆਂਗੇ, ਸਰਦਾਰੀਆਂ ਦੇ ਦਿਆਂਗੇ। ਸਾਹਿਬਜ਼ਾਦੇ ਕਹਿੰਦੇ ਭਾਈ ਸਾਡੇ ਗੁਰੂ ਦਾ ਹੁਕਮ ਆ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਮਨ ਲੋਚਿਆ ਬਰਿਆਈਆਂ ਗੁਰ ਸ਼ਬਦੀਏ ਮਨ ਹੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ, ਸਿਰ ਦੀਜੇ ਬਾਹ ਨਾ ਛੋੜੀਏ, ਗੁਰ ਤੇਗ ਬਹਾਦਰ ਬੋਲਿਆ ਧਰ ਪਈਏ, ਧਰਮ ਨਾ ਛੋੜ। ਇਹ ਫਿਰ 3 ਦਿਨ ਕਚਹਿਰੀ ਸਾਦੇ ਰਹੇ। ਫਿਰ ਦੇਖਿਆ ਵੀ ਸੀਸ ਨਹੀਂ ਝੁਕਾਉਂਦੇ। ਉਹਨੇ ਫਿਰ ਉਹ ਕੰਧ ਵਿੱਚ ਇੱਕ ਮੁਗਰਾਜਾ ਰੱਖਿਆ ਵੀ ਜਿਲੇ ਇਹ 'ਚੋਂ ਲੰਘਣਗੇ ਨਾ, ਸਿਰ ਆਪੇ ਹੀ ਝੁਕ ਜਾਊ। ਅਤੇ ਸਾਹਿਬਜ਼ਾਦਿਆਂ ਨੇ ਪਹਿਲਾਂ ਚਰਨ ਦਾਸੀਆਂ ਚਰਨ ਨਗਾਏ, ਸਿਰ ਨਹੀਂ ਝੁਕਾਇਆ।
ਜਿਸ ਵੇਲੇ ਫਿਰ ਇਸ ਤਰ੍ਹਾਂ ਆਉਂਦੇ ਜਾਂਦੇ ਰਹੇ, ਲਾਲਚ ਦਿੰਦੇ ਰਹੇ, ਡਰਾਵੇ ਦਿੰਦੇ ਰਹੇ, ਭੁੱਖੇ ਪਾਣੇ ਰੱਖਦੇ ਰਹੇ, ਅਤੇ ਉਸ ਵੇਲੇ ਫਿਰ ਉਹ ਜਿਹੜਾ ਮਲੇਰਕੋਟਲੇ ਦਾ ਸੀ ਸ਼ੇਰ ਅਫਗਾਨ ਖਾਂ, ਉਹ ਕਹਿੰਦੇ ਵੀ ਤੁਹਾਡਾ ਦੇਖੋ ਬੈਰ ਇਹਨਾਂ ਦੇ ਪਿਤਾ ਨਾ ਹੋਊ, ਇਹਨਾਂ ਮਾਸੂਮਾਂ ਦਾ ਕੀ ਹੈ। ਅਤੇ ਕੋਲੋਂ ਇਹ ਜਿਹੜਾ ਝੂਠਾ ਆਨੰਦ ਸੀਗਾ, ਅਖੇ ਜੀ ਸੂਲਾਂ ਜੰਮਦਿਆਂ ਦੇ ਮੂੰਹ ਤਿੱਖੇ ਹੁੰਦੇ ਆ, ਸੱਪਾਂ ਦੇ ਬੱਚੇ ਸੱਪ ਹੁੰਦੇ, ਇਹਨਾਂ ਨੂੰ ਪੁੱਛੋ। ਕਹਿੰਦੇ ਜੇ ਤੁਹਾਨੂੰ ਛੱਡ ਦਿੱਤਾ ਜਾਏ, ਕਹਿੰਦੇ ਸ਼ਸਤਰ ਵਸਤਰ ਖਰੀਦਾਂਗੇ ਅਤੇ ਦੁਸ਼ਟਾਂ ਦਾ ਨਾਸ ਕਰਾਂਗੇ, ਬਦਲੇ ਲਵਾਂਗੇ। ਕਹਿੰਦੇ ਆ ਦੇਖ ਲਓ। ਫਿਰ ਉਹ ਕਾਜੀ ਬੁਲਾ ਲਿਆ, ਫਿਰ ਉਹ ਫਤਵਾ ਲਾ ਕੇ ਇਹਨਾਂ ਨੂੰ ਨੀਹਾਂ ਚਿਣ ਕੇ ਸ਼ਹੀਦ ਕਰ ਦਿੱਤਾ ਜਾਏ। ਫਿਰ ਇਹ ਅੱਜ ਦਾ ਦਿਨ ਹੈ 13 ਪੋਹ 27 ਦਸੰਬਰ, ਜਦੋਂ ਇਹ ਖੂਨੀ ਸਾਕਾ ਹੋਇਆ, ਨੀਹਾਂ ਚਿਣ ਕੇ ਦੋਹਾਂ ਸਾਹਿਬਜ਼ਾਦੇ ਨੂੰ ਸ਼ਹੀਦ ਕੀਤਾ ਗਿਆ। ਫਿਰ ਟੋਡਰਮੱਲ ਜਿਹੜਾ ਸੀ ਸੰਸਕਾਰ ਵਾਸਤੇ ਧਰਤੀ, ਹੁਣ ਦੇਖੋ ਦੇਸ਼ ਸਾਡਾ, ਪਰ ਜਦੋਂ ਬਗਾਨੀਆਂ ਹੁਕੂਮਤਾਂ ਹੁੰਦੀਆਂ ਤਾਂ ਉਸ ਵੇਲੇ ਕਹਿੰਦੇ ਵੀ ਮੋਹਰਾਂ ਵਿਛਾ ਕੇ, ਉਹ ਕਹਿੰਦਾ ਠੀਕ ਹੈ, ਅਤੇ ਕਹਿੰਦੇ ਨੇ ਖੜੀਆਂ ਮੋਹਰਾਂ ਫਿਰ ਬਦਲ ਗਏ। ਫਿਰ ਸਾਧ ਸੰਗਤ ਜੀ ਉਹਨ ਵਿਚਾਰੇ ਨੂੰ ਜਗ੍ਹਾ ਖਰੀਦ ਕੇ ਉੱਥੇ ਫਿਰ ਮਾਤਾ ਜੀ ਯੋਗਾ ਅਭਿਆਸੀ ਸੀ, ਆਪਣੇ ਯੋਗੇ ਢੰਗ ਨਾਲ ਸਰੀਰ ਤਿਆਗ ਗਏ, ਦਸਮਦਵਾਰ ਪ੍ਰਾਣ ਚੜ੍ਹਾ ਕੇ। ਫਿਰ ਉੱਥੇ ਉਹਨਾਂ ਦਾ ਸੰਸਕਾਰ ਜਿਹੜਾ ਇਹ ਕੀਤਾ ਗਿਆ, ਅਤੇ ਜਿੱਥੇ ਉਹ ਗੁਰਦੁਆਰਾ ਜੋਤੀ ਸਰੂਪ ਹੈ, ਜਿੱਥੇ ਉਹ ਕਚਹਿਰੀ ਹੈ, ਉਹ ਕਤਲਗੜ੍ਹ ਉਰੇ ਹੈ, ਨਾਲ ਹੀ ਫਿਰ ਮਾਤਾ ਗੁਜਰੀ ਦਾ ਉਹ ਠੰਡਾ ਬੁਰਜ ਹੈਗਾ। ਸੋ ਇਸ ਤਰ੍ਹਾਂ ਇਹ ਭਾਣਾ ਵਰਤਿਆ। ਫਿਰ ਮੋਤੀ ਮਹਿਰੇ ਮਾਰੇ ਵੀ ਸ਼ਿਕਾਇਤ ਹੋ ਗਈ, ਕਿਉਂਕਿ ਦੁਸ਼ਟ ਲੋਕ ਜਿਹੜੇ ਨੇ ਉਹਨਾਂ ਨੂੰ ਫਿਰ ਲੋਕ ਕੋਲੂ ਵਿੱਚ ਭੇੜ ਦਿੱਤਾ। ਫਿਰ ਗੰਗੂ ਨੂੰ ਪੁੱਛਿਆ ਵੀ ਹੁਣ ਮੋਹਰਾਂ ਦੇ ਸਾਨੂੰ, ਹੋਰ ਲਾਲਚ ਸੀ ਨਾ ਇਹਨੂੰ। ਫਿਰ ਉਹਨਾਂ ਨੇ ਬੁਰੀ ਹਾਲਤ ਨਾਲ ਮਾਰਿਆ। ਉਹ ਦੱਸ ਕਿੱਥੇ ਆ ਜਿਹੜਾ ਖਜ਼ਾਨਾ ਲੁਕੋਇਆ ਗਿਆ, ਤਾਂ ਲਾਲਚ ਲਈ ਸੀ। ਫਿਰ ਦੇਖ ਲਓ ਕਿਹੜੀ ਭੈੜੀ ਮੌਤ ਨਾਲ ਮਰਿਆ, ਜਦੋਂ ਬੰਦਾ ਕਿਰਤਕਣ ਬਣ ਜਾਂਦਾ। ਸੋ ਇਸ ਤਰ੍ਹਾਂ ਇਹ ਵਾਕਿਆ ਹੋਇਆ, ਅਤੇ ਇਹ ਸਾਹਿਬਜ਼ਾਦਿਆਂ ਦਾ ਇਹ ਸ਼ਹੀਦੀ ਜੋੜ ਮੇਲਾ ਅਤੇ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ 'ਚ ਅੱਜ ਇਹ ਮਨਾਇਆ ਜਾ ਰਿਹਾ। ਅਤੇ ਜਦੋਂ ਹੁੰਦਾ ਸੀ ਮਹਾਰਾਜਾ ਪਟਿਆਲਾ, ਦੇਖ ਲਓ ਆਪ ਨਗਰ ਕੀਰਤਨ ਆਉਂਦੇ ਸੀ, ਉਹਨਾਂ ਨੂੰ ਬੈਂਡ ਵਾਜਾ, ਸਾਰਾ ਰਸਾਲਾ ਫੌਜ ਆਉਣੀ, ਆਪ ਉਹ ਚੌਰ ਦੀ ਸੇਵਾ 'ਚ ਬਹਿੰਦੇ ਹੁੰਦੇ ਸੀ। ਉਹ ਦੇਖਣ ਵਾਲਾ ਹੀ ਹੁੰਦਾ ਸੀ ਸਾਰਾ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੇ ਫਿਰ ਚੱਪਰ ਚਿੜੀ ਦੇ ਮੈਦਾਨ 'ਚ ਜੰਗ ਹੋਇਆ, ਇਹ ਵਜ਼ੀਰ ਖਾਨ ਅਤੇ ਇਹਦਾ ਭਰਾ ਜਿਹੜਾ ਰਜੀਦਾ ਸੀ, ਇਹਨੂੰ ਵਜੀਦਾ ਹੀ ਕਹਿੰਦੇ ਆ। ਇੱਕ ਵਜ਼ੀਰ ਖਾਨ ਤਾਂ ਹੋਇਆ ਨਾ ਮਹਾਰਾਜ ਸੇਵਕ ਸੀ, ਜਿਹਦਾ ਜਲੋਧਰ ਹਟਿਆ ਸੀ ਸੁਖਮਣੀ ਸੁਣਨ, ਨਾ ਇਹਦਾ ਵੀ ਵਜ਼ੀਰ ਖਾਨ ਜਾਂ ਫਿਰ ਵਜੀਦਾ ਕਹਿੰਦੇ ਕੁਛ, ਦੂਜਾ ਰਜੀਦਾ। ਫਿਰ ਬੰਦੇਵਾਲ ਲਲਕਾਰ ਕੇ ਫਿਰ ਇਹਨਾਂ ਨੂੰ ਕਰਨੀ ਦੇ ਫਲ ਭੁਗਤਾਏ, ਸਰਹੰਦ ਉਜਾੜੀ, ਫਿਰ ਲੋਹਗੜ੍ਹ ਕਿਲ੍ਹਾ ਕਾਇਮ ਕੀਤਾ, ਸਿੱਕੇ ਸੰਮਤ ਚਲਾਏ ਅਤੇ ਖਾਲਸਾ ਰਾਜ ਕੀਤਾ। ਫਿਰ ਉਹ ਜਗ੍ਹਾ ਦੀ ਨਿਸ਼ਾਨਦੇਹੀ ਕਰਕੇ ਫਿਰ ਉੱਥੇ ਉਹ ਅਸਥਾਨ ਬਣਾਇਆ। ਬਾਅਦ ਵਿੱਚ ਫਿਰ ਕਈ ਵਾਰੀ ਅਸਥਾਨ ਬਣੇ ਆ, ਅਤੇ ਹੁਣ ਤਾਂ ਪਹਿਲੀਆਂ ਬਿਲਡਿੰਗਾਂ ਸਾਰੀਆਂ ਹੀ ਬਦਲ ਗਈਆਂ, ਸਰੋਵਰ ਵੀ ਹੈ ਅਤੇ ਸਾਰਾ ਕੁਝ। ਅਤੇ ਬੰਦੇ ਬਹਾਦਰ ਦੇ ਨਾਂ 'ਤੇ ਵੀ ਇੰਜੀਨੀਅਰ ਕਾਲਜ ਵਗੈਰਾ ਹੋਰ ਕਈ ਕੁਝ ਹੈ। ਅਤੇ ਉਸ ਜੰਗ ਵਿੱਚ 6000 ਸਿੰਘ ਸ਼ਹੀਦ ਹੋਇਆ ਸੀ, ਉਹ ਨਿਸ਼ਾਨ ਵੀ ਝੁੱਲਦੇ ਆ, ਅਤੇ ਨਾਲ ਹੀ ਉਹ ਉਹਨਾਂ ਦਾ ਸ਼ਹੀਦਾਂ ਦਾ ਸਥਾਨ ਹੈ, ਜਿੱਥੇ ਉਹਨਾਂ ਦੀ ਜਗ੍ਹਾ ਬਣਾਈ ਨਾ। 6000 ਸਿੰਘ ਸ਼ਹੀਦ ਹੋਇਆ ਸੀ, ਉੱਥੇ ਇਕੱਠਾ ਹੀ ਅੰਗੀਠਾ ਬਣਾ ਕੇ ਉਹਨਾਂ ਦਾ ਸੰਸਕਾਰ ਹੋਇਆ, ਉੱਤੇ ਲਿਖਿਆ ਮਹਾਰਾਜ। ਸੋ ਇਸ ਤਰ੍ਹਾਂ ਇਹ, ਅਤੇ ਜਿੱਥੇ ਸੰਸਕਾਰ ਹੋਇਆ ਮਾਤਾ ਜੀ ਸਾਹਿਬਜ਼ਾਦਿਆਂ ਦਾ, ਉਹ ਗੁਰਦੁਆਰੇ ਦਾ ਨਾਮ ਜੋਤੀ ਸਰੂਪ ਹੈ। ਸੋ ਅੱਜ ਅਸੀਂ ਇਹ ਸਾਹਿਬਜ਼ਾਦਿਆਂ ਦਾ ਪਵਿੱਤਰ ਜਿਹੜਾ ਗੁਰਪੁਰਬ ਮਨਾ ਰਹੇ ਹਾਂ,
ਤੇ ਹੁਣ ਆ ਜਿਹੜੇ ਕਿਰਸਾਨ ਵਗੈਰਾ ਉੱਥੇ ਬੈਠੇ ਆ, ਕਿਉਂਕਿ ਹਰੇਕ ਦੀ ਭਾਵਨਾ ਤੇ ਜੁੜੀ ਹੋਈ ਹੈ ਨਾ ਗੁਰੂ ਇਤਿਹਾਸ ਨਾਲ, ਉਹ ਵਿਚਾਰੇ ਉੱਥੇ ਮਨਾ ਰਹੇ ਆ, ਉੱਥੇ ਮਨਾ ਰਹੇ ਆ। ਨੌਵੇਂ ਦਾ ਵੀ, ਵੱਡੇ ਸਾਹਿਬਜ਼ਾਦਿਆਂ, ਛੋਟੇ ਸਾਹਿਬਜ਼ਾਦਿਆਂ ਦਾ, ਤੇ ਕਿਉਂਕਿ ਭਾਵਨਾ ਕਰਕੇ ਜਿੱਥੇ ਬੈਠੇ ਉੱਥੇ ਹੀ ਮਨਾ ਰਹੇ। ਉੱਥੇ ਦੇਖ ਲਓ ਇਕੱਠ ਇੱਥੇ ਨੂੰ ਵੀ ਜ਼ਿਆਦਾ ਹੋਇਆ ਬਹੁਤ ਜ਼ਿਆਦਾ। ਸੋ ਇਸ ਵਾਸਤੇ ਭਾਵਨਾ ਜਿਹਦੇ ਅੰਦਰ ਆ ਉਹ ਕਿਤੇ ਵੀ ਚਲੇ ਜਾਏ, ਉਹ ਆਪਣੇ ਗੁਰੂਆਂ ਨੂੰ, ਪੀਰਾਂ ਨੂੰ, ਸ਼ਹੀਦਾਂ ਨੂੰ ਮਨਾਉਂਦਾ। ਤਾਂ ਹੀ ਕਹਿੰਦੇ ਨੇ ਸ਼ਹੀਦੋਂ ਕੀ ਚਿਤਾਓਂ ਸੇ ਲੱਗेंगे ਹਰ ਵਰਸ ਮੇਲੇ, ਮੇਲੇ ਲੱਗਦੇ ਆ। ਕਹਿੰਦੇ ਕਿ ਜਿਹੜਾ ਸ਼ਹੀਦਾਂ ਦੀ ਜਗ੍ਹਾ ਨੂੰ ਕਾਬਾ ਕੋਈ ਬਿਹਤਰ ਆ, ਕਹਿੰਦੇ ਨਹੀਂ, ਸ਼ਹੀਦਾਂ ਦੀ ਜਗ੍ਹਾ ਜ਼ਿਆਦਾ ਬਿਹਤਰ ਹੈ। ਸੋ ਇਸ ਵਾਸਤੇ ਅਸੀਂ ਬੜੇ ਪਿਆਰ ਦੇ ਨਾਲ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵੀ, ਗੁਰਦੁਆਰਾ ਗੁਰੂ ਕੇ ਬਾਗ ਵੀ, ਇਹ ਸਾਹਿਬਜ਼ਾਦਿਆਂ ਦਾ, ਮਾਤਾ ਜੀ ਦਾ ਸ਼ਹੀਦੀ ਜੋੜ ਮੇਲਾ ਜੋ ਮਨਾ ਰਹੇ ਹਾਂ। ਜੋ ਸ਼੍ਰੀ ਮੁੱਖ ਵਾਕ ਆਇਆ ਉਹਦੀ ਵਿਚਾਰ ਸੁਣੀਏ। ਪਾਤਸ਼ਾਹ ਜੀ ਆਪ ਕਿਰਪਾ ਕਰਦੇ ਹਨ। ਵਾਹਿਗੁਰੂ ਸਾਹਿਬ ਜੀਓ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹਿਤ, ਪੁਰਜਾ ਪੁਰਜਾ ਕਟ ਮਰੈ ਕਉ ਨ ਛਾਡੈ ਖੇਤ। ਵਾਹਿਗੁਰੂ ਸਾਹਿਬ ਜੀਓ, ਸੋਰਠ ਮਹਲਾ ਪੰਜਵਾ, ਗੁਰ ਪੂਰੈ ਚਰਨੀ ਲਾਇਆ। ਸੋਰਠ ਰਾਗ ਦੀ ਬਾਣੀ ਹੈ, ਪੰਜਵੇਂ ਸਤਿਗੁਰੂ ਜੀ ਦਾ ਸ਼ਬਦ ਆ। ਪਾਤਸ਼ਾਹ ਕਹਿੰਦੇ ਜਿਹੜਾ ਉਹਦਾ ਬਣ ਜਾਂਦਾ ਨਾ, ਕਹਿੰਦੇ ਮੈਂ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਹਨ, ਗੁਰ ਪੂਰੈ ਚਰਨੀ ਲਾਇਆ। ਪੂਰੇ ਸਤਿਗੁਰਾਂ ਨੇ ਕਿਰਪਾ ਕਰਕੇ ਸਾਨੂੰ ਆਪਣੇ ਚਰਨੀ ਲਾਇਆ, ਸੇਵਕ ਬਣਾ ਲਿਆ, ਦਾਸਾ ਭਾਵ ਬਖਸ਼ਿਸ਼ ਕੀਤਾ ਹੈ। ਹਰ ਸੰਗ ਸਹਾਈ ਪਾਇਆ। ਉਹ ਨਿਰੰਕਾਰ ਪਰਮੇਸ਼ਰ ਨੂੰ ਆਪਣੇ ਸੰਗੀ ਸਾਥੀ ਜਾਣ ਕੇ, ਕਿਉਂਕਿ ਹਿਰਦੇ ਦੇ ਵਿੱਚ ਉਹ ਬੈਠਾ, ਅਤੇ ਜਿਹੜਾ ਮਾਇਆ ਦਾ ਆਵਰਣ ਆ ਉਹਦੇ ਕਰਕੇ ਉਹ ਨਜ਼ਰ ਨਹੀਂ ਆਉਂਦਾ। ਜਦੋਂ ਫਿਰ ਉਹ ਭੰਬੀਰੀ ਕੇ ਪਾਤ ਪਰਦੋ ਬਿਨ ਪੇਖਿਆ ਦੂਰ ਆਇਓ, ਉਹ ਪੜਦਾ ਕਰਕੇ ਦੂਰ ਆ ਨਾ, ਅਤੇ ਜਦੋਂ ਪੜਦਾ ਦੂਰ ਹੋ ਗਿਆ, ਗਿਆਨ ਦਾ ਪ੍ਰਕਾਸ਼ ਹੋ ਗਿਆ, ਉਹ ਪਰਮਾਤਮਾ ਨੂੰ ਆਪਣਾ ਸੰਗੀ ਸਾਥੀ ਜਾਣ ਕੇ ਆਪਣੇ ਹਿਰਦੇ ਵਿੱਚੋਂ ਹੀ ਔਰ ਜਰਰੇ ਜਰਰੇ 'ਚ ਵਿਆਪਕ ਸਰੂਪ ਕਰਕੇ ਪ੍ਰਾਪਤ ਕਰ ਲੈਣਾ ਕੀਤਾ ਹੈ। ਜਹ ਜਾਈਏ ਤਾਂ ਸਹਿਜੇ। ਕਹਿੰਦੇ ਗੁਰਮੁਖ ਪਿਆਰੇ ਕਿਤੇ ਵੀ ਚਲੇ ਜਾਣ, ਜਿਹੜੇ ਧਰਮ 'ਚ ਦ੍ਰਿੜ ਆ ਉਹ ਉੱਥੇ ਹੀ ਸੁਖੀ ਹੈ। ਅਤੇ ਆਮ ਦੁਨੀਆ ਜਿਹੜੀ ਹੈ ਘਰਾਂ 'ਚ ਕਿੰਨੀਆਂ ਸੁੱਖ ਸਹੂਲਤਾਂ ਫਿਰ ਵੀ ਔਖੇ ਹੈ, ਪਰ ਜਿਨ੍ਹਾਂ ਦੇ ਅੰਦਰ ਗਿਆਨ ਅਵਸਥਾ ਆ ਉਹ ਹਰ ਜਗ੍ਹਾ ਹੀ ਸੁਖੀ ਹੈ। ਕਹਿੰਦੇ ਸੁੱਖ ਨਾ ਵਿੱਚ ਗ੍ਰਸਦੇ ਨਾ ਛੱਡ ਗਿਆ, ਸੁੱਖ ਹੈ ਵਿੱਚ ਵਿਚਾਰਦੇ ਸਾਧੂ ਸਰਣ ਪਿਆ। ਵਿਚਾਰ ਦੇ ਵਿੱਚ ਇਹ ਸੁੱਖ ਆ। ਜਿਹੜਾ ਬੇਵਿਚਾਰਾ ਬੰਦਾ, ਕਿੰਨੇ ਮਾਇਆ ਪਦਾਰਥ ਕੁਝ ਹੋਵੇ, ਉਹ ਉੱਥੇ ਹੀ ਆਪਣਾ ਜੀਵਨ ਦੁਖਦਾਈ ਬਣਾ ਲੈਂਦਾ। ਜਿਹੜਾ ਗੁਰਮੁਖ ਪਿਆਰਾ, ਉਹ ਗਰੀਬੀ 'ਚ ਰਹਿੰਦਾ ਵੀ ਸਬਰ ਸੰਤੋਖ ਦੇ ਨਾਲ ਸੁੱਖ ਦੀ ਜ਼ਿੰਦਗੀ ਬਤੀਤ ਕਰ ਲੈਂਦਾ। ਇਸ ਵਾਸਤੇ ਕਹਿੰਦੇ ਜਿੱਥੇ ਵੀ ਹੁਣ ਚਲੇ ਜਾਈਏ, ਗਿਆਨ ਅਵਸਥਾ ਹੋਣ ਦੇ ਕਾਰਨ ਅਸੀਂ ਸਦਾ ਸੁਹੇਲਾ ਸੁਖਦਾਈ ਜੀਵਨ ਬਤੀਤ ਕਰ ਰਹੇ ਹਾਂ। ਕਰ ਕਿਰਪਾ ਪ੍ਰਭ ਵੇਲੇ। ਜਿਨ੍ਹਾਂ 'ਤੇ ਮਹਾਰਾਜ ਕਿਰਪਾ ਕਰਦੇ ਆ, ਵਿਛੋੜੇ ਦਾ ਦੁੱਖ ਦੂਰ ਕਰਕੇ ਉਹਨਾਂ ਨੂੰ ਆਪਣੇ ਚਰਨਾਂ ਨਾਲ ਮਿਲਾ ਲੈਂਦੇ ਹਨ। ਹਰ ਗੁਣ ਗਾਵੋ ਸਦਾ ਸੁਭਾਈ। ਇਹ ਗੁਰਮੁਖ ਪਿਆਰਿਓ, ਸਦਾ ਵਾਸਤੇ ਉਸ ਪਰਮੇਸ਼ਰ ਦੇ ਗੁਣ ਗਾਓ, ਫਿਰ ਤੁਸੀਂ ਮਾਲਕ ਨੂੰ ਭਾਵ ਜਾਓਗੇ, ਮਨਜ਼ੂਰ ਹੋ ਜਾਓਗੇ। ਮਨ ਚਿੰਦੇ ਸਗਲੇ ਫਲ ਪਾਵੋ। ਇਹ ਮਨ ਇੱਛਤ ਸਾਰੇ ਫਲ ਤੁਹਾਨੂੰ ਪ੍ਰਾਪਤ ਹੋ ਜਾਣਗੇ ਜਦੋਂ ਉਹਦੀ ਆਗਿਆ ਵਿੱਚ ਆ ਗਏ, ਉਹਦੇ ਭਾਣੇ ਰਜਾ ਵਿੱਚ ਆ ਜਾਓਗੇ। ਜੀ ਕੈ ਸੰਗ ਸਹਾਈ। ਉਹ ਪਰਮੇਸ਼ਰ ਤਾਂ ਜੀਆਂ ਦਾ ਸੰਗੀ ਹੈ, ਸਾਥੀ ਹੈ। ਜਿੱਥੇ ਵੀ
ਉਹਨੂੰ ਚੇਤੇ ਕਰੀਏ। ਸੰਗੀ ਬਣ ਕੇ ਉਹਨਾਂ ਦੀ ਉਹ ਸਹਾਇਤਾ ਕਰਦਾ ਹੈ। ਰਹਾਉ ਵਿਸਰਾਮ ਦੇ ਕੇ ਅਸਥਾਈ ਦੀ ਪੰਕਤੀ, ਟੇਕ ਦੀ ਪੰਕਤੀ ਨੂੰ ਦੱਸਦੇ ਹਨ। ਨਾਰਾਇਣ ਪ੍ਰਾਣ ਆਧਾਰਾ। ਉਹ ਨਰੈਣ ਜਿਹੜਾ ਪਰਮੇਸ਼ਰ ਹੈ ਸਾਰਿਆਂ ਦੇ ਪ੍ਰਾਣਾਂ ਦਾ ਆਧਾਰਾ, ਆਸਰਾ ਹੈ। ਉਵੇਂ ਤਾਂ ਜਿਹੜੇ ਪ੍ਰਾਣ ਆ ਨਾ ਅੰਨ ਪਾਣੀ ਨਹੀਂ ਚੱਲਦੇ ਆ, ਕਿਉਂਕਿ ਇਹਨਾਂ ਦਾ ਧਰਮ ਆ ਭੁੱਖ ਪਿਆਸ, ਸਰੀਰ ਦਾ ਜਨਮ ਮਰਨ ਆ, ਮਨ ਦਾ ਹਰਖ ਸ਼ੋਕ ਆ। ਇਹ ਖੱਟ ਵਿਕਾਰੀ ਹੈ ਨਾ, 6 ਦੋਸ਼। ਪਰ ਪ੍ਰਾਣ ਵੀ ਜੜ ਆ। ਜਿਵੇਂ ਵਿਵਾਦ ਹੋ ਗਿਆ ਸੀ ਉਪਨਿਸ਼ਦਾਂ ਵਿੱਚ ਕਥਾ ਆ ਕਿ ਅੱਖਾਂ ਕਹਿਣ ਅਸੀਂ ਵੱਡੀਆਂ, ਕੰਨ ਕਹਿਣ ਅਸੀਂ ਪੈਰ, ਹੱਥ ਸਾਰੇ ਇੰਦਰੀਏ। ਕਹਿਣ ਲੱਗੇ ਵੀ ਆਪੋ ਆਪਣਾ ਸਥਾਨ ਤਿਆਗੋ। ਅੱਖਾਂ ਨੇ ਤਿਆਗਿਆ, ਅੰਧਾ ਤਾਂ ਹੋ ਗਿਆ, ਮਰਿਆ ਨਾ। ਕੰਨਾਂ ਤੋਂ ਬੋਲਾ ਹੋ ਗਿਆ, ਮਰਿਆ ਫਿਰ ਨਾ। ਜ਼ੁਬਾਨ ਤੋਂ ਗੂੰਗਾ, ਮਰਿਆ ਨਾ। ਹੱਥਾਂ ਪੈਰਾਂ ਤੋਂ ਡੁੱਡਾ ਪਿੰਗਲਾ ਹੋ ਗਿਆ, ਮਰਿਆ ਨਾ। ਫਿਰ ਪ੍ਰਾਣਾਂ ਨੂੰ, ਜਿਹੜੇ ਪ੍ਰਾਣ ਤੇ ਮਰ ਗਿਆ। ਕਹਿੰਦੇ ਸਾਰੇ ਇੰਦਰੀਆਂ ਨੂੰ ਪ੍ਰਧਾਨ ਜਿਹੜੇ ਪ੍ਰਾਣ ਆ, ਪਰ ਗ੍ਰੰਥਕਾਰ ਮਹਾਂਪੁਰਖ ਪ੍ਰਾਣਾਂ ਨੂੰ ਵੀ ਜੜ ਮੰਨਦੇ ਆ। ਜੇ ਆਤਮਾ ਸੱਤਾ ਨਾ ਹੋਵੇ ਫਿਰ ਪ੍ਰਾਣ ਵੀ ਕੁਛ ਨਹੀਂ ਕਰਦੇ। ਇਸ ਕਰਕੇ ਉਹ ਪ੍ਰਾਣਾਂ ਕਰਕੇ ਪ੍ਰਾਣੀ ਹੈ। ਜਠਰਾਗਨੀ ਤੇ ਜਿਹੜੇ ਅੰਨ ਪਾਣੀ ਪਾਉਂਦੇ ਉਹ ਸਟੀਮ ਪੈਦਾ ਹੁੰਦੀ ਹੈ, ਉਹੀ ਪ੍ਰਾਣ ਹੈ, ਹੋਰ ਕਿਆ। ਪ੍ਰਾਣਾਂ ਕਰਕੇ ਇਹਨੂੰ ਪ੍ਰਾਣੀ ਕਹਿੰਦੇ ਆ। ਅਤੇ ਜਿਹੜੇ ਜਠਰਾਗਨੀ ਕੰਮ ਕਰਨੋਂ ਹਟ ਜਾਂਦੀ ਹੈ ਅਤੇ ਪ੍ਰਾਣ ਕਲਾ ਵੀ ਨਾਲ ਹੀ ਖਤਮ ਹੋ ਜਾਂਦੀ ਹੈ, ਸਰੀਰ ਠੰਡਾ ਹੋ ਜਾਂਦਾ। ਕਹਿੰਦੇ ਹੁਣ ਤਾਂ ਮਰ ਗਿਆ ਵੀ। ਸੋ ਇਸ ਵਾਸਤੇ ਉਹ ਪ੍ਰਾਣਾਂ ਦਾ ਵੀ ਆਧਾਰਾ, ਆਸਰਾ ਹੈ। ਹਮ ਸੰਤ ਜਨਾਂ ਰੇ ਨਾਰਾ। ਅਸੀਂ ਸੰਤ ਜਨਾਂ, ਮਹਾਤਮਾ ਜਨਾਂ ਦੇ ਚਰਨਾਂ ਦੀ ਧੂੜੀ ਹਾਂ, ਜਿੱਥੋਂ ਸਮੱਤ ਮਿਲਦੀ ਹੈ। ਪਤ ਪਨੀਰ ਕਰ ਲੀਨੇ। ਜਦੋਂ ਉਹਨਾਂ ਦੀ ਸੰਗਤ ਕਰਾਂਗੇ, ਉਹ ਮਹਾਂਪੁਰਖ ਜਿਹੜੇ ਬੜੇ ਬੜੇ ਪਤਿਤ ਪਾਪੀ ਹੈ, ਸਿਕਸ਼ਾ ਉਪਦੇਸ਼ ਦੇ ਕੇ ਉਹਨਾਂ ਨੂੰ ਵੀ ਪਵਿੱਤਰ ਕਰ ਲੈਂਦੇ ਹਨ। ਕਰ ਕਿਰਪਾ ਹਰ ਜਸ ਦੀਨੇ। ਜਿਨ੍ਹਾਂ ਦੇ ਕਿਰਪਾ ਹੁੰਦੀ ਉਹਨਾਂ ਨੂੰ ਕੀ ਦਿੰਦੇ ਆ? ਹਰੀ ਦਾ ਜਸ। ਜਿਹੜੇ ਕੰਮ ਲਈ ਤੁਹਾਨੂੰ ਇਹ ਮਨੁੱਖ ਦੇ ਮਿਲੀ ਹੈ, ਭਜਨ ਕਰਕੇ ਆਪਣਾ ਜਨਮ ਸਵਾਰ ਲਓ। ਇਹ 4 ਦਿਨ ਦਾ ਠਾਠਾ ਵਾਗਾ ਹੈ। ਸੰਸਾਰ ਇੱਕ ਸਰਾਂ ਦੀ ਨਹੀਂ, ਸਦਾ ਤਿੱਥੇ ਕਿਸੇ ਨੇ ਰਹਿਣਾ ਨਹੀਂ। ਜਿਹੜਾ ਧਰਮ ਕਮਾ ਕੇ ਚਲਾ ਗਿਆ ਉਹਦਾ ਜੀਵਨ ਸਫਲ ਆ। ਜਿਹਨਾਂ ਧਰਮ ਦਾ ਪੱਲਾ ਫੜ ਲਿਆ ਅਤੇ ਉਹਦੇ ਵਾਸਤੇ ਫਿਰ ਇਹ 84 ਲੱਖ ਜੂਨਾਂ ਇਹ ਨਰਕ ਦੀ ਫਾਹੀ ਹੈਗੀ ਹੈ। ਇਸ ਵਾਸਤੇ ਕਹਿੰਦੇ ਉਹ ਪਾਪੀਆਂ ਨੂੰ ਪਵਿੱਤਰ ਕਰ ਲੈਂਦੇ ਆ। ਉਹਨਾਂ ਦੀ ਬਖਸ਼ਿਸ਼ ਕੀ ਆ ਕਿ ਹਰੀ ਦਾ ਜਸ ਸਿਮਰਨ ਕਰਨ ਵਿੱਚ ਲਾ ਦਿੰਦੇ ਹਨ। ਪਾਰ ਬ੍ਰਹਮ ਕਰੇ ਪ੍ਰਤਿਪਾਲਾ। ਆਮ ਲੋਕਾਂ ਨੂੰ ਇਹ ਆ ਕਿੱਥੋਂ ਖਾਵਾਂ ਪੀਵਾਂਗੇ ਕਰਾਂਗੇ। ਕਹਿੰਦੇ ਮਹਾਰਾਜ ਜਿਹੜਾ ਸਾਰਿਆਂ ਦੀ ਭਾਈ ਪ੍ਰਤਪਾਲਣਾ ਕਰਦਾ। ਹੁਣ ਦੇਖੋ 42 ਲੱਖ ਜੀਵ ਪਾਣੀ 'ਚ ਹੈ, ਉੱਥੇ ਕਿਰਸ ਨਾ ਚੱਲੇ, ਉੱਥੇ ਹੱਟ ਨਾ ਚੱਲੇ, ਨਾ ਕੋਈ ਕਿਰਸ ਕਰੇ। ਉੱਥੇ ਹੁਣ ਸਮੁੰਦਰ 'ਚ ਹੱਟੀਆਂ ਚੱਲਦੀਆਂ, ਕੋਈ ਕਿਰਸ਼ੀ ਕਰਦਾ ਹੈ। ਉਹ ਸਾਰਿਆਂ ਦੀ ਪਾਲਣਾ ਉਹੀ ਕਰਦਾ ਹੈ। ਕੋਈ ਥਰਚਾਰੀ, ਕੋਈ ਜਲਚਾਰੀ ਹੈ, ਕੋਈ ਆਕਾਸ਼ਚਾਰੀ ਹੈ। ਉਹ ਸਾਰਿਆਂ ਦੀ ਪ੍ਰਤਪਾਲਣਾ ਕਰਦਾ ਹੈ। ਸਾਧ ਜੀ ਸੰਗ ਰਖਵਾਲਾ। ਸਦਾ ਜੀਆਂ ਦੇ ਨਾਲ ਰਹਿੰਦਾ। ਉਹਨਾਂ ਦੀ ਰੱਖਿਆ ਸਹਾਇਤਾ ਵੀ ਉਹ ਮਾਲਕ ਆਪ ਹੀ ਕਰਦਾ। ਕਹਿੰਦੇ ਉਹ ਬਾਲਕ ਕੋਈ ਜੰਮਿਆ ਇਸ ਤਰ੍ਹਾਂ ਡੁੱਡਾ ਪਿੰਗਲਾ ਸੀ। ਉਹ ਘਰ ਦੇ ਕਹਿੰਦੇ ਵੀ ਇਹਦੀ ਪਾਲਣਾ ਕਿਵੇਂ ਹੋਊ? ਉਹ ਗਿਆਨਵਾਨ ਸੀ। ਕਹਿੰਦਾ ਪਾਲਣਾ ਤਾਂ ਸਾਰਿਆਂ ਦੀ ਪਰਮਾਤਮਾ ਹੀ ਕਰਦਾ। ਮਾਤਾ ਦੇ ਉਦਰ ਵਿੱਚ ਮਾਂ ਕੀ ਕਰਦੀ ਹੈ? ਉਹੀ ਕਿਰਪਾ ਕਰਦਾ ਨਾ। ਕਹਿੰਦੇ ਬੜਾ ਹੰਕਾਰੀ ਆ, ਹਾਲੇ ਤਾਂ ਡੁੱਡਾ ਪਿੰਗਲਾ, ਸਾਬਤਾ ਹੁੰਦਾ ਪਤਾ ਨਹੀਂ ਕੀ ਕਰਦਾ। ਉਹਨੂੰ ਜੰਗਲ ਛੱਡਿਆ। ਉਹਦਾ ਬੜਾ ਵਿਸ਼ਵਾਸ, ਉਹ ਵਿਸ਼ਵਾਸ ਦੇ ਨਾਲ ਉੱਥੇ ਪਾਣੀ ਦਾ ਚਸ਼ਮਾ ਫੁੱਟ ਪਿਆ। ਉਹਦੇ ਬ੍ਰਿਕਸ਼ ਹੀ ਫਲਦਾਰ ਹੋ ਗਏ, ਉਹਨਾਂ ਦੀਆਂ ਸ਼ਾਖਾਂ ਥੱਲੇ ਆ ਕੇ ਲੱਗ ਗਈਆਂ, ਜਿਵੇਂ ਮਰਜ਼ੀ ਖਾਵੇ। ਇਹ ਦੇਵਤਿਆਂ ਦੀ ਗੱਲ ਪਹੁੰਚੀ, ਬੜਾ ਸੰਤੋਖੀ ਹੈ। ਇੰਦਰ ਆ ਗਿਆ, ਤੁਹਾਡੇ ਮਾਂ ਪਿਓ ਨੇ ਧੱਕਾ ਕੀਤਾ, ਦੱਸੋ ਕੀ ਦਈਏ? ਉਹ ਕਹਿੰਦਾ ਕੀ ਦਿਓਗੇ? ਜਿਹੜੀ ਮੇਰੀ ਪਰਾਰਬਧ ਉਹ ਦਿਓਗੇ ਕਿ ਤੂੰ ਵਾਧੂ? ਕਹਿੰਦੇ ਪਰਾਰਬਧ। ਕਹਿੰਦੇ ਜਾ ਤੂੰ ਬਹਿਸ ਵਰਗ ਵਿੱਚ, ਪਰਾਰਬਧ ਤਾਂ ਮੈਨੂੰ ਮਿਲੇ ਜਾਣੀ ਹੈ, ਜਿਹੜੀ ਹੈਗੀ ਤੈਨੂੰ ਦੇਣ ਦੀ ਕੀ ਲੋੜ ਆ? ਇੰਦਰ ਨੇ ਕਮਾਲ ਦੀ ਗੱਲ ਆ, ਉਹ ਬ੍ਰਹਮੇ ਕੋ ਕੀਤੀ। ਬ੍ਰਹਮਾ ਜੀ ਆ ਗਏ, ਉਹਨਾਂ ਨੂੰ ਵੀ ਇਹ ਜਵਾਬ। ਸ਼ਿਵ ਜੀ ਵਿਸ਼ਨੂੰ ਕੋ ਕੀਤੀ, ਉਹਨਾਂ ਨੂੰ ਵੀ। ਕਹਿੰਦੇ ਵੀ ਬੜਾ ਸਬਰ ਸੰਤੋਖ, ਬੜਾ ਪਰਮਾਤਮਾ ਭਰੋਸਾ। ਫਿਰ ਸਾਰੇ ਦੇਵਤੇ ਆਏ,
ਉਹਨੇ ਦਿਵ ਦ੍ਰਿਸ਼ਟੀ ਕਰਕੇ ਉਹਨੂੰ ਐਨ ਨੌਬਰਨੋਂ ਕਰਤਾ। ਘਰੇ ਆ ਗਿਆ, ਕਹਿੰਦੇ ਰਾਜੀ ਕਿਨ ਕੀਤਾ? ਕਹਿੰਦੇ ਉਹਨ। ਕਹਿੰਦੇ ਖਾਣ ਪੀਣ ਨੂੰ? ਕਹਿੰਦੇ ਉਹ ਨਹੀਂ। ਇਹ ਹੈ ਸਿਦਕ ਭਰੋਸੇ ਦੀਆਂ ਗੱਲਾਂ। ਪਰ ਜਦੋਂ ਇਨਸਾਨ ਦਾ ਸਿਦਕ ਭਰੋਸਾ ਚਲੇ ਜਾਂਦਾ, ਵਿਸ਼ਵਾਸ ਸ਼ਰਧਾ ਮੁੱਕ ਜਾਂਦੀ ਹੈ, ਫਿਰ ਉਹ ਆਪਣੇ ਢੰਗ ਨਾਲ ਹੱਥ ਪਹਿਲਾਂ ਹੀ ਬਹੁਤ ਮਾਰਦਾ, ਪਰ ਮੱਥਾ ਕਈ ਵਾਰੀ ਸਾਥ ਨਹੀਂ ਦਿੰਦਾ। ਕਹਿੰਦੇ ਜੀ ਬੜੇ ਕਾਰੋਬਾਰ ਖੋਲ੍ਹੇ, ਕਿਤੇ ਪੂਰੀ ਨਹੀਂ ਪੈਂਦੀ। ਗੱਜ ਕੇ ਬੋਲੋ। ਕਿਉਂਕਿ ਸਫਲਤਾ ਤਾਂ ਉਸੇ ਦੀ ਕਿਰਪਾ ਨਹੀਂ ਮਿਲਦੀ ਹੈ। ਇਸ ਵਾਸਤੇ ਉਹਦੇ 'ਤੇ ਵਿਸ਼ਵਾਸ ਰੱਖਣਾ, ਭਰੋਸਾ ਰੱਖਣਾ। ਤੰਦਰੁਸਤੀ ਦੇਣ ਵਾਲਾ ਵੀ ਉਹੀ ਹੈ। ਇਹ ਜਿਹੜੇ ਰੋਗ ਹੈ ਇਹ ਵੀ ਉਹਨੇ ਪੈਦਾ ਕੀਤੇ ਹੋਏ। ਹੁਣ ਆਹ ਦੇਖੋ ਸਾਇੰਸ ਵਾਲੇ ਕਿੰਨਾ, ਡਾਕਟਰੀ ਕਿੰਨਾ ਕੁਛ। ਹੁਣ ਇਹ ਨਹੀਂ ਟੀਕਾ ਕੱਢਿਆ ਸੀ, ਉਹ ਰਾਤ ਹੀ ਫੋਨ ਸੀ, ਉਹ ਕਹਿੰਦੇ ਹੁਣ ਇੱਕ ਬਿਮਾਰੀ ਹੋਰ ਉੱਪਰੋਂ ਆ ਗਈ ਹੈ। ਉਹਦੇ ਜਰਾਸੀਮ ਉਹਦੇ ਨਾਲੋਂ ਵੀ ਤੇਜ਼ ਆ। ਕਿਉਂਕਿ ਜਿੰਨਾ ਚਿਰ ਮਾਲਕ ਨਹੀਂ ਕਿਰਪਾ ਕਰਦਾ, ਹਾਂਜੀ, ਵੈਦਾ ਸੰਦਾ ਸੰਗਾ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਜਿੰਨਾ ਚਿਰ ਉਹ ਕਿਰਪਾ ਨਹੀਂ ਕਰਦਾ, ਇਹ ਜਿਹੜੀਆਂ ਦਵਾਈਆਂ ਬੂਟੀਆਂ ਜੜੀਆਂ ਇਹ ਵੀ ਕੁਛ ਨਹੀਂ ਕਰਦੀਆਂ। ਜਿਹੜੇ ਉਹਦੀ ਕਿਰਪਾ, ਫਿਰ ਉਹ ਸੁਆਹ ਵੀ ਕੰਮ ਕਰਦੀ ਹੈ। ਇਸ ਕਰਕੇ ਗੁਰੂ ਪਿਆਰਿਓ ਮਹਾਰਾਜ ਕਹਿੰਦੇ ਆ ਵਿਸ਼ਵਾਸ ਧਾਰੋ, ਸ਼ਰਧਾ ਧਾਰੋ, ਭਰੋਸਾ ਕਰੋ। ਹਾਂਜੀ, ਹਰ ਦਿਨ ਰੈਣ ਕੀਰਤਨ ਗਾਈਐ। ਜਿਹੜੇ ਗੁਰਮੁਖ ਪਿਆਰੇ ਉਹਦੇ 'ਤੇ ਵਿਸ਼ਵਾਸ ਕਰਕੇ ਦਿਨ ਰਾਤ ਉਹਦਾ ਕੀਰਤਨ, ਉਹਦਾ ਜਸ ਗਾਉਂਦੇ ਹਨ। ਬੌੜ ਨ ਜੋਨੀ ਪਾਈਐ। ਪਰ ਬੌੜ ਪੁਨ੍ਹਾ ਫਿਰ ਉਹ ਜੂਨੀਆਂ 'ਚ ਨਹੀਂ ਪਾਏ ਜਾਂਦੇ। ਕਈ ਵਾਰੀ ਸਾਡੇ ਇਹ ਕੀਰਤਨ ਕਰਨ ਵਾਲਿਆਂ ਨੂੰ ਵੀ ਭਰੋਸਾ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਹੋਏਗਾ। ਪਰ ਗੱਲ ਤਾਂ ਭਰੋਸੇ ਦੀ ਹੈ। ਇਹਨੂੰ ਕੀਰਤਨ ਨੂੰ ਆਰਟ ਸਮਝ ਲਿਆ। ਇਹ ਨਹੀਂ ਕਿ ਕੀਰਤਨ ਕਰਕੇ ਅਸੀਂ ਮਨ ਦੀ ਸ਼ੁੱਧੀ, ਪਰਮਾਤਮਾ ਦੀ ਪ੍ਰਾਪਤੀ, ਲਿਵ ਜੋੜਨੀ ਧੰਦਾ ਬਣਾ ਲਿਆ ਇੱਕ। ਪਰ ਇਹ ਧੰਦਾ ਨਹੀਂ ਹੈ। ਇਹ ਤਾਂ ਸ਼ਰਧਾ ਭਗਤੀ ਨਾ ਕਰੀਏ, ਜਿਵੇਂ ਬਾਬਾ ਸ਼ਾਮ ਸਿੰਘ ਜੀ, ਰਾਗੀ ਮਨਸ਼ਾ ਸਿੰਘ, ਔਰ ਇਸੇ ਤਰ੍ਹਾਂ ਮਹਾਂਪੁਰਖ ਬੜੇ ਹੋਏ ਹੈ ਜਿਨ੍ਹਾਂ ਨੇ ਨਿਸ਼ਕਾਮ ਬਾਬਾ ਜਵੰਤ ਸਿੰਘ ਜੀ ਮਹਾਰਾਜ ਸੰਤ ਹਰਖੋਲਿਆਂ ਦੇ ਗੁਰ ਭਾਈ ਸੀ। ਇਸ ਤਰ੍ਹਾਂ ਨਿਸ਼ਕਾਮ ਕਰਦੇ ਸੀ, ਲਿਵ ਜੁੜ ਜਾਂਦੀ ਸੀ। ਪਸ਼ੂ ਪੰਛੀ ਵੀ ਆਪਣੀ ਉਡਾਨ ਛੱਡ ਕੇ ਬਹਿ ਜਾਂਦੇ ਸੀ, ਲਿਵ ਲੱਗ ਜਾਏ। ਇਸ ਵਾਸਤੇ ਇਹੋ ਜਿਹਾ ਕੀਰਤਨ, ਐਸਾ ਕੀਰਤਨ ਕਰ ਮਨ ਮੋਰੈ, ਇਹਾਂ ਉਹਾਂ ਜੋ ਕੰਮ ਤੇਰਾ, ਜਿਹੜਾ ਲੋਕ ਪਰਲੋਕ 'ਚ ਤੇਰੇ ਕੰਮ ਆਵੇ। ਇਸ ਕਰਕੇ ਕਹਿੰਦੇ ਉਹ ਦਿਨ ਰਾਤ ਮਨ ਦੀ ਇਕਾਗਰਤਾ ਵਾਸਤੇ ਮਨ ਇਕਾਗਰ ਕਰਕੇ ਉਹਦਾ ਹਰੀ ਜਸ ਕਰਦੇ ਹਨ। ਜਿਸ ਦੇਵੈ ਪੁਰਖ ਵਿਧਾਤਾ। ਇਹ ਦਾਤ ਜਿਹੜੀ ਨਿਸ਼ਕਾਮਤਾ ਵਾਲੀ ਹੈ, ਜਿਹਨੂੰ ਕਿਰਪਾ ਕਰਕੇ ਵਿਧੀਆਂ ਨੂੰ ਮਿਲਣ ਵਾਲਾ ਵਿਧਾਤਾ ਪਰਮੇਸ਼ਰ ਦੇ ਦੇਵੇ। ਹਰ ਰਸ ਤਿਨਹੀ ਜਾਤਾ। ਹਰੀ ਦੇ ਬਾਣੀ ਦੇ ਨਾਮ ਦੇ, ਕਥਾ ਕੀਰਤਨ ਦੇ, ਪਾਠ ਭਜਨ ਦੇ ਰਸ ਨੂੰ ਉਹਨਾਂ ਨੇ ਜਾਤਾ ਜਾਣਿਆ ਹੈ। ਜਮ ਕੰਕਰ ਨੇੜ ਨ ਆਇਆ। ਜਿਹੜੇ ਇਸ ਢੰਗ ਨਾਲ ਸੁਰਤੀ ਵਿਰਤੀ ਜੋੜਦੇ, ਸ਼ਬਦ ਦਾ ਅਭਿਆਸ ਕਰਦੇ ਆ, ਉਹਨਾਂ ਦੇ ਨੇੜੇ ਜਮਾਂ ਦੇ ਕੰਕਰ ਦੂਤ ਵੀ ਨਹੀਂ ਆਉਂਦੇ ਹਨ। ਸੁਖ ਨਾਨਕ ਸਰਣੀ ਪਾਇਆ। ਜਿਹੜੇ ਆਪਾ ਭਵ ਹੰਕਾਰ ਤਿਆਗ ਕੇ ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਦੀ ਸ਼ਰਨ ਲੈ ਲਈ। ਪਰਮਾਤਮਾ ਦੀ ਸ਼ਰਨ ਜਾਣਨਾ ਸਾਰੀਆਂ ਬਰਕਤਾਂ, ਸਾਰੇ ਸੁੱਖ ਜਿਹੜੇ ਆ ਪ੍ਰਾਪਤ ਹੋ ਜਾਂਦੇ ਆ। ਉਹਨੂੰ ਕਿਸੇ ਤਰ੍ਹਾਂ ਦਾ ਦੁੱਖ ਹੀ ਨਹੀਂ ਹੁੰਦਾ, ਕੋਈ ਕਲੇਸ਼ ਹੀ ਨਹੀਂ ਹੁੰਦਾ। ਧੰਨ ਧੰਨ ਬਾਬਾ ਅਮੀਰ ਸਿੰਘ ਜੀ ਮਹਾਰਾਜ, ਜਿਹਨੇ 60 ਕਥਾ ਗੁਰੂ ਗ੍ਰੰਥ ਸਾਹਿਬ ਦੀਆਂ ਪੜ੍ਹਾਈਆਂ, ਕਹਿੰਦੇ ਮਹਾਰਾਜ ਤੁਸੀਂ ਬ੍ਰਹਮ ਗਿਆਨੀ, ਤੁਹਾਨੂੰ ਦੁੱਖ ਆਇਆ। ਕਹਿੰਦੇ ਤੇਰਾ ਸਵਾਲ ਇਹ ਹੀ ਹੈ ਕਿ ਸੰਤਾਂ ਦਾ ਪਾਪ ਕਰਮ ਹੋਊਗਾ ਅਤੇ ਤਾਂ ਹੀ ਦੁਖੀ ਹੈ। ਕਹਿੰਦੇ ਅਸੀਂ ਪਾਪੀ ਜੂ ਹੋਏ ਤਾਂ ਹੀ ਦੁੱਖ ਆਇਆ। ਫਿਰ ਬੜਾ ਸ਼ਰਮਿੰਦਾ ਹੋਇਆ। ਉਹ ਕਹਿੰਦੇ ਵੀ ਗੱਲ ਇਹ ਹੈਗੀ ਆ, ਜਦੋਂ ਕਿਸੇ ਨੇ ਦੁਕਾਨ ਬੰਦ ਕਰਨੀ ਹੁੰਦੀ ਨਾ, ਉਹ ਫਿਰ ਸਾਰਾ ਸੌਦਾ ਸੂਦਾ ਮੁਕਾ ਦਿੰਦਾ। ਜਿਹੜੇ ਗਿਆਨਵਾਨ ਨੂੰ ਨਹੀਂ ਮੁੜ ਕੇ ਜਨਮ ਲੈਣਾ ਨਹੀਂ ਹੁੰਦਾ। ਅਤੇ ਜੇ ਕੋਈ ਉਹ ਕਰਮ ਕੁਰਮ ਹੋਵੇ, ਇੱਥੇ ਹੀ ਭੁਗਤਾਨ ਭੁਗਤ ਜਾਂਦੇ ਆ, ਮੁੜ ਕੇ ਆਉਣਾ ਨਹੀਂ ਨਾ ਉਹਨਾਂ ਨੂੰ। ਅਤੇ ਰੱਬ ਵੀ ਕਹਿੰਦਾ ਇਹਨੂੰ ਮੁੜ ਕੇ ਆ ਜਾਣਾ, ਫੇਰ ਗਲ ਪਾ ਲਾਂਗੇ। ਉਹਨਾਂ ਦਾ ਜਨਮ ਮਰਨ ਮੁੱਕ ਜਾਂਦਾ ਹੈ। ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸੁ ਨੈਲ ਮਿਲਾਏ। ਅਤੇ ਜਿਹੜਾ ਉਹਨਾਂ ਦਾ ਪੁੰਨ ਕਰਮ ਆ,
ਉਹ ਸੇਵਾ ਵਾਲੇ ਲੈ ਜਾਂਦੇ ਆ। ਜਿਹੜਾ ਕੋਈ ਪਿਛਲੇ ਅਗਲਾ ਉਹ ਪਾਪ ਕਰਮ ਆ, ਉਹ ਨਿੰਦਿਆ ਵਾਲੇ ਲੈ ਜਾਂਦੇ, ਉਹ ਤਾਂ ਸੁਰਖਰੂ ਹੋ ਕੇ ਚਲੇ ਜਾਂਦੇ। ਜਿਹੜੇ ਮਹਾਂਪੁਰਖ, ਨਾ ਉੱਥੇ ਜਨਮਿਆ, ਨਾ ਮਰਨਿਆ, ਨਾ ਹਰਖਿਆ, ਨਾ ਸ਼ੋਕਿਆ, ਨਾ ਮਾਣਿਆ, ਨਾ ਅਪਮਾਨਿਆ, ਉਹ ਦਵੰਦਾਵਾਸ ਤੋਂ ਰਹਿਤ ਹੋ ਕੇ, ਨਿਰਦਵੰਦ ਅਵਸਥਾ ਜਿਹੜੀ ਪ੍ਰਾਪਤ ਕਰਕੇ, ਦਵੈਸ਼ ਤੋਂ ਰਹਿਤ, ਰਾਗ ਦਵੈਸ਼ ਤੋਂ ਰਹਿਤ ਹੋ ਕੇ, ਪੰਜਾਂ ਕਲੇਸ਼ਾਂ ਤੋਂ ਜਿਹੜਾ ਪਰਮਾਤਮਾ ਅਦਵੈਤ ਸਰੂਪ ਆ, ਜੀਂਦੇ ਵੀ ਜੀਵਨ ਮੁਕਤੀ ਦਾ ਆਨੰਦ ਲੈਂਦੇ ਆ। ਸਰੀਰ ਤਿਆਗਣ ਤੋਂ ਬਾਅਦ ਫਿਰ ਵਧੇ ਮੁਕਤੀ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਜਿਉਂ ਜਲ ਮੈਂ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਾਧ ਕੁਰਬਾਨ। ਸੋ ਇਸ ਤਰ੍ਹਾਂ ਮਾਤਾ ਜੀ ਸਾਹਿਬਜ਼ਾਦੇ ਜਿਹੜੇ ਸ਼ਹੀਦ ਆ, ਉਹ ਗਿਆਨਵਾਨ ਅਵਸਥਾ 'ਚ ਆ, ਅਤੇ ਉਹ ਫਿਰ ਪਰਮਾਤਮਾ ਨੇ ਜੋ ਉਹਨਾਂ ਦੀ ਸੇਵਾ ਲਾਈ ਹੁੰਦੀ ਹੈ, ਭਾਵੇਂ ਉਹਨਾਂ 'ਚ ਰੂਹਾਨੀ ਬਲ ਹੁੰਦਾ, ਪਰ ਉਹ ਆਪਣੇ ਬਚਾਅ ਵਾਸਤੇ ਉਹਨੂੰ ਵਰਤਦੇ ਨਹੀਂ, ਅਤੇ ਜ਼ਾਲਮਾਂ ਦਾ ਨਾਸ਼ ਕਰਨ ਵਾਸਤੇ ਆਪਣਾ ਬਲੀਦਾਨ ਦੇ ਕੇ ਪ੍ਰਜਾ ਦਾ ਜਿਹੜਾ ਹੈ ਭਾਰ ਆ ਉਹ ਉਤਾਰਦੇ ਆ। ਸੋ ਇਸ ਵਾਸਤੇ ਅਸੀਂ ਅੱਜ ਮਾਤਾ ਜੀ ਨੂੰ, ਸਾਹਿਬਜ਼ਾਦਿਆਂ ਨੂੰ ਕੋਟਾਨ ਕੋਟ ਵੇਰੀ ਨਮਸਕਾਰ ਕਰਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਉਹਨਾਂ ਦੀ ਸੇਵਾ ਕੀਤੀ, ਉਹਨਾਂ ਨੂੰ ਵੀ ਨਮਸਕਾਰ ਕਰਦੇ ਹਾਂ, ਸਮੁੱਚੇ ਸ਼ਹੀਦਾਂ ਨੂੰ। ਅਤੇ ਬਾਕੀ ਜੇ ਕੋਈ ਪਾਪ ਕਰਮ ਕਰਦਾ, ਉਹਦਾ ਫਲ ਉਹਨਾਂ ਆਪੇ ਹੀ ਭੋਗਣਾ, ਉਹਦੇ ਲਈ ਚਿੰਤਾ ਦੀ ਲੋੜ ਨਹੀਂ, ਕਿ ਜਿਹੋ ਜਿਹਾ ਜੈਸਾ ਬੀਜਿਆ ਸੋ ਲਾਉਣਾ, ਕਰਮਾਂ ਸੰਦੜਾ ਖੇਤ। ਜੇ ਇਹੋ ਜਿਹਾ ਕੋਈ ਬੀਜ ਬੀਜਦਾ, ਵੱਢਣਾ ਤੂੰ ਨੂੰ ਹੀ ਪੈਣਾ, ਉਹਦੀ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ। ਉਹਦਾ ਕਰਮ ਹੀ ਉਹਨੂੰ ਮਾਰਨ ਵਾਸਤੇ ਬਲੀ ਬਣ ਜਾਂਦਾ, ਕਿਉਂਕਿ ਪਾਪੀ ਕੇ ਮਾਰਨੇ ਕੋ ਪਾਪ ਮਹਾ ਬਲੀ। ਉਹਦਾ ਪਾਪ ਜਿਹੜਾ ਨਾ, ਉਹੀ ਮਹਾਬਲੀ ਹੈ, ਉਹੀ ਉਹਦਾ ਅੰਤ ਕਰਾ ਦਿੰਦਾ। ਉਹ ਬਹਾਨਾ ਕਿਸੇ ਢੰਗ ਨਾਲ ਬਣਾ ਲੈ, ਉਹਦਾ ਪਾਪ ਜਿਹੜਾ ਫਿਰ ਉਹਨੂੰ ਇੱਕ ਦਿਨ ਲੈ ਪੈਂਦਾ। ਸੋ ਇਸ ਵਾਸਤੇ ਮਾਤਾ ਜੀ ਨੂੰ, ਸਾਹਿਬਜ਼ਾਦਿਆਂ ਨੂੰ ਅਨੰਤ ਵੇਰੀ ਨਮਸਕਾਰ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਸਾਡੇ ਅੰਦਰ ਵੀ ਧਰਮ ਦੀ ਦ੍ਰਿੜਤਾ, ਵਿਸ਼ਵਾਸ, ਸਿਦਕ, ਭਰੋਸਾ, ਸ਼ਰਧਾ ਪੈਦਾ ਹੋਵੇ, ਤਾਂ ਜੋ ਅਸੀਂ ਵੀ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਜੀਵਨ ਗੁਰਮਤਿ ਅਨੁਸਾਰ ਬਤੀਤ ਕਰਕੇ ਆਪਣੀ ਲੋਕ ਪ੍ਰਲੋਕ ਦੀ ਜਿਹੜੀ ਯਾਤਰਾ ਹੈ, ਇਸ ਨੂੰ ਸਫਲ ਕਰ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਈ ਸੰਗਤ ਨੂੰ ਜੀ ਆਇਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ, ਔਰ ਪ੍ਰਬੰਧਕਾਂ ਦਾ, ਸੰਗਤਾਂ ਦਾ, ਸਾਰੇ ਸੇਵਾਦਾਰਾਂ ਦਾ ਸਮੁੱਚੇ ਰੂਪ 'ਚ ਧੰਨਵਾਦ ਹੈ। ਇਸ ਤਰ੍ਹਾਂ ਮਹਾਰਾਜ ਕਿਰਪਾ ਕਰਨ ਕਿ ਮਹਾਰਾਜ ਦੇ ਸਾਹਿਬਜ਼ਾਦੇ ਦਿਨ ਮਨਾਉਂਦੇ ਰਹੀਏ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਧੰਨ ਧੰਨ ਮਾਤਾ ਸੁਲੱਖਣੀ ਜੀ, ਭਾਈ ਆ ਜੈ ਰਾਮ, ਬੇਬੇ ਨਾਨਕੀ, ਬਾਬਾ ਸ੍ਰੀ ਚੰਦ ਲਖਮੀ ਦਾਸ, ਉਹਨਾਂ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਗੁਰੂ ਕੇ ਬਾਗ ਸਾਹਿਬ ਵਿਖੇ ਸਾਹਿਬਜ਼ਾਦਿਆਂ ਦਾ ਇਹ ਸ਼ਹੀਦੀ ਜੋੜ ਮੇਲੇ ਦਾ ਸਮਾਗਮ ਮਨਾਇਆ ਗਿਆ। ਗੁਰੂ ਮਹਾਰਾਜ ਕਿਰਪਾ ਕਰਨ, ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਹੁਣ ਕੜਾਹ ਪ੍ਰਸ਼ਾਦ ਦੇਗ ਲੈ ਕੇ ਗੁਰੂ ਕੇ ਲੰਗਰ ਛਕ ਕੇ ਫਿਰ ਜਾਣ ਦੀ ਕਿਰਪਾਲਤਾ ਕਰਨੀ। ਆਪ ਜੀ ਦਾ ਫਿਰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਜਨਾਂ ਮਿਲ ਹਰਿ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਆਨੰਦ ਆਇਓ। ਸਰਬ ਸੁਖ ਹਰਿ ਨਾਮ ਬੜਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਏਕ ਓੰਕਾਰ ਸਤਿਨਾਮ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਪੀ ਸਚ, ਨਾਨਕ ਹੋਸੀ ਪੀ ਸਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਜਪ
ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।